ਹੋਮੈ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ। ममता का मतलब मम मेरी, ममता का मतलब ये ख्याल कि ये फलां चीज भी मेरी हो जाए, ये भी मेरी बन जाए, अपनत। ममता का मतलब अपनत। मोहनी का मतलब मन नूं मोह लैन वाली। गुरु जी कहते ने होमे और अपनत, ये मन नूं मोह लैन वाली है। ਤੇ ਜੋ ਆਪ ਖੁਦਰੇ ਮਨੁੱਖ ਨੇ ਉਹਨਾਂ ਨੂੰ ਇਹ ਖਾ ਜਾਂਦੀ ਹੈ, ਹੜਪ ਕਰ ਜਾਂਦੀ ਹੈ। ਖਾ ਜਾਣ ਦਾ ਮਤਲਬ ਉਹਨਾਂ ਦਾ ਆਤਮਿਕ ਜੀਵਨ ਬਰਬਾਦ ਕਰ ਦਿੰਦੀ ਹੈ। ਹਉਮੈ ਔਰ ਮਮਤਾ, ਆਪਣਤ ਜਿਹੜੀ ਹੈ, ਪਕੜ ਜਿਹੜੀ ਹੈ, ਇਹ ਬੰਦੇ ਨੂੰ ਖਾ ਜਾਂਦੀ ਹੈ। ਔਰ ਇਸ ਪਕੜ ਵਾਸਤੇ ਦੋ ਪ੍ਰਮਾਣ ਗੁਰਬਾਣੀ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਦੇ ਕੇ ਸਾਨੂੰ ਸਮਝਾਇਆ ਹੈ, ਇੱਕ ਬਾਂਦਰ ਦਾ ਔਰ ਇੱਕ ਤੋਤੇ ਦਾ। जिमें एक बांदर है, मरकट मुष्टि अनाज की मन बौरारे लीनी हाथ पसार। जिमें बांदर सौड़ी कुज्जी दे विच हथ पा लैंदा दाने फड़न वास्ते, दाणियां दी मुठ भर के जदों बाहर कढदा है तां ओहदा हथ कुज्जी विच फस जांदा है। हुण लालच करके दाणे नहीं छड्डदा ते इन्ने चिर नूं कलंदर आण के ओहदे गले विच रस्सी पा लैंदा ते ओहनूं फड़िया जांदा है। ते इस पकड़ करके, क्योंकि दाणियां दी पकड़ है ना, छड्डी नहीं, सारी जिंदगी फिर ਉਹਦੇ ਗਲ ਵਿੱਚ ਰੱਸੀ ਰਹਿੰਦੀ ਹੈ, ਗੁਲਾਮ ਰਹਿੰਦਾ ਹੈ ਔਰ ਉਹਨੂੰ ਘਰ ਘਰ ਨੱਚਣਾ ਪੈਂਦਾ ਹੈ। ਇਸੇ ਤਰ੍ਹਾਂ ਦੂਜਾ ਪ੍ਰਮਾਣ ਦਿੱਤਾ ਹੈ ਤੋਤੇ ਦਾ, ਜਿਉ ਨਲਨੀ ਸੂਟਾ ਗਹਿਓ ਮਨ ਬੌਰਾਰੇ ਮਾਇਆ ਇਹ ਵਿਵਹਾਰ। ਤੋਤੇ ਫੜਨ ਵਾਲੇ ਕੀ ਕਰਦੇ ਸਨ ਕਿ ਦੋ ਡੰਡੀਆਂ ਗੱਡ ਕੇ ਇੱਕ ਰੱਸੀ ਦੇ ਅੰਦਰ ਨਲਕੀ ਪਾ ਕੇ ਤੇ ਦੋਵਾਂ ਡੰਡੀਆਂ ਨਾਲ ਬੰਨ ਦਿੱਤੀ, ਥੱਲੇ ਪਾਣੀ ਦਾ ਤਸਲਾ ਭਰ ਕੇ ਧਰਿਆ ਹੈ, ਨਾਲ ਦਾਣੇ ਖਿਲਾਰੇ। ਤੋਤਾ ਆਣ ਕੇ ਉਸ ਨਲਕੀ ਤੇ ਬਹਿੰਦਾ ਹੈ, ਨਲਕੀ ਦੇ ਨਾਲ ਪੈਰਾਂ ਨਾਲ ਨਲਕੀ ਨੂੰ ਫੜਦਾ ਹੈ, ਵਜਨ ਦੇ ਨਾਲ ਨਲਕੀ ਘੁੰਮ ਜਾਂਦੀ ਹੈ, ਤੋਤਾ ਪੁੱਠਾ ਲਟਕ ਜਾਂਦਾ ਹੈ। ਥੱਲੇ ਵੇਖਦਾ ਹੈ, ਉਹਨੂੰ ਪਾਣੀ ਦਾ ਭਰਿਆ ਤਸਲਾ ਦਿਸ ਰਿਹਾ ਹੈ। ਸੋਚਦਾ ਹੈ ਜੇ ਮੈਂ ਹੱਥ ਪੈਰ ਛੱਡਾਂਗਾ ਤੇ ਪਾਣੀ ਵਿੱਚ ਡੁੱਬ ਕੇ ਮਰਾਂਗਾ। ਹਾਲਾਂਕਿ ਐਸਾ ਹੋਣਾ ਨਹੀਂ, ਜੇ ਉਹ ਖੰਭਾਂ ਨੂੰ ਫੜ ਫੜਾਏ ਤਾਂ ਉੱਡ ਸਕਦਾ ਹੈ, ਲੇਕਿਨ ਉਹ ਨਲਨੀ ਨੂੰ ਨਹੀਂ ਛੱਡਦਾ, ਫੜਿਆ ਜਾਂਦਾ ਹੈ, ਫਿਰ ਸਾਰੀ ਜ਼ਿੰਦਗੀ ਪਿੰਜਰੇ ਵਿੱਚ ਕੈਦ ਵਿੱਚ ਗੁਜ਼ਾਰਦਾ। ਇਸੇ ਤਰ੍ਹਾਂ ਇਹ ਜੋ ਪਾਪ ਵਿਕਾਰ ਨੇ, ਸਾਨੂੰ ਇਹਨਾਂ ਨੇ ਨਹੀਂ ਫੜਿਆ ਹੋਇਆ, ਅਸੀਂ ਇਹਨਾਂ ਨੂੰ ਫੜੀ ਬੈਠੇ ਹਾਂ। ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਇਹ ਸਾਨੂੰ ਥੋੜੀ ਚੰਬੜੇ ਨੇ, ਅਸੀਂ ਚੰਬੜੇ ਹਾਂ, ਸਾਡੀ ਪਕੜ ਹੈ। ਤੇ ਜਿਨ੍ਹਾਂ ਦੇ ਮਨ ਅੰਦਰ ਹਉਮੈ ਦੀ, ਇਹਨਾਂ ਮਮਤਾ ਦੀ, ਵਿਕਾਰਾਂ ਦੀ ਪਕੜ ਬਣ ਜਾਂਦੀ ਹੈ, ਫਿਰ ਉਹ ਵਿਕਾਰਾਂ ਦੀ ਔਰ ਹਉਮੈ ਦੀ ਜੋ ਪਕੜ ਹੈ, ਆਪਣਤ ਹੈ, ਉਹ ਇਸ ਬੰਦੇ ਦੇ ਆਤਮਿਕ ਜੀਵਨ ਨੂੰ ਖਾ ਜਾਂਦੀ ਹੈ। ਬੰਦੇ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਂਦੀ ਹੈ, ਇਹਦੀਆਂ ਖੁਸ਼ੀਆਂ ਮੁੱਕ ਜਾਂਦੀਆਂ ਨੇ। ਜੋ ਮੋਹ ਦੂਜੈ ਚਿੱਤ ਲਾਏਂਦੇ ਤਿਨਾ ਵਿਆਪ ਰਹੀ ਲਪਟਾਏ। ਇਹਨੂੰ ਲਾਏ ਦੇ ਨਹੀਂ ਪੜਨਾ, ਲਾਏਂਦੇ ਬਹੁਵਚਨੀ ਸ਼ਬਦ ਹੈ। ਮੋਹੇ ਨਹੀਂ ਪੜਨਾ, ਮੋਹ, ਜੋ ਮੋਹ ਦੂਜੈ ਚਿੱਤ ਲਾਏਂਦੇ। तिना व्याप रही लपटाए, लपटाए का मतलब चंबड़ के, व्याप रही का मतलब अपना प्रभाव पाई रखती है, अपने वस विच करी रखती है। जो एक रब नूं छड्ड के, रब्बी गुणां नूं छड्ड के, रब्बी रजा नूं छड्ड के दूजे दे विच चित्त लांदे ने, विकारां विच चित्त जोड़दे ने। तिना व्याप रही लपटाए, ते होमे दी अपनत उन्हां नूं घेरी रखदी है, ਉਹਨਾਂ ਨੂੰ ਚੰਬੜੀ ਰਹਿੰਦੀ ਹੈ, ਉਹਨਾਂ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ। ਔਰ ਇਸ ਮਾਇਆ ਵਾਲੀ ਸੋਚ ਦੇ ਅੰਦਰ ਹੀ ਸਾਰੀ ਜ਼ਿੰਦਗੀ ਗੁਜ਼ਾਰਦੇ ਰਹਿੰਦੇ ਨੇ। ਉਹਨਾਂ ਦੇ ਅੰਦਰ ਵਿਕਾਰ, ਪਾਪ, ਅਪਰਾਧ ਆਦਿ ਬਣੇ ਰਹਿੰਦੇ ਨੇ ਔਰ ਉਹ ਦੁਖੀ ਰਹਿੰਦੇ ਨੇ। ਉਹਨਾਂ ਨੂੰ ਇਹ ਆਪਣਤ ਹਮੇਸ਼ਾ ਵਿਆਪਦੀ ਰਹਿੰਦੀ ਹੈ। ਕਿੰਨਾਂ ਨੂੰ? ਜੋ ਇੱਕ ਪ੍ਰਭੂ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਹੋਰ ਕਿਤੇ ਚਿੱਤ ਜੋੜ ਲੈਂਦੇ। ਹੁਣ ਇਹਨੂੰ ਖਤਮ ਕਿਵੇਂ ਕੀਤਾ ਜਾਏ, ਇਹਦੇ ਤੋਂ ਨਿਜਾਤ ਕਿਵੇਂ ਪਾਈ ਜਾਏ, ਗੁਰੂ ਪਾਤਸ਼ਾਹ ਸਾਨੂੰ ਉਹਦਾ ਸਾਧਨ ਦੱਸ ਰਹੇ ਨੇ। ਗੁਰ ਕੈ ਸ਼ਬਦ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ। ਪਰ ਜਾਲੀਏ ਦਾ ਮਤਲਬ ਹੈਗਾ ਚੰਗੀ ਤਰ੍ਹਾਂ ਸਾੜ ਦਈਏ, ਚੰਗੀ ਤਰ੍ਹਾਂ, ਪੂਰੀ ਤਰ੍ਹਾਂ ਸਾੜ ਦਿੱਤਾ ਜਾਏ। ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਸੱਚੇ ਉਪਦੇਸ਼ ਰਾਹੀਂ ਜੇ ਇਹਨੂੰ ਚੰਗੀ ਤਰ੍ਹਾਂ ਸਾੜੀਏ ਤਾਂ ਇਹ ਵਿੱਚੋਂ ਜਾਏ, ਤਾਂ ਇਹ ਵਿੱਚੋਂ ਨਿਕਲ ਸਕਦੀ ਹੈ, ਖਤਮ ਹੋ ਸਕਦੀ ਹੈ।
यानी इनू अपने अंदरों कढ़िया जा सकता है, इस पकड़ तो बचिया जा सकता है, इस पकड़ नू जलाया जा सकता है, छुटकारा पाया जा सकता है। ਉਹਦੇ ਵਾਸਤੇ ਸਾਧਨ ਹੈ ਗੁਰੂ ਦਾ ਸ਼ਬਦ। ਸ਼ਬਦ ਦਾ ਮਤਲਬ ਉਪਦੇਸ਼, ਸ਼ਬਦ ਦਾ ਮਤਲਬ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਜੇ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲੀਏ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਈਏ, ਤਾਂ ਇਹ ਵਿੱਚੋਂ ਜਾ ਸਕਦੀ ਹੈ, ਖਤਮ ਹੋ ਸਕਦੀ ਹੈ, ਇਹਨੂੰ ਸਾੜਿਆ ਜਾ ਸਕਦਾ ਹੈ। ਮਤਲਬ ਇਹ ਇੰਪੋਸੀਬਲ ਨਹੀਂ ਹੈ ਕਿ ਜਿਹਨੂੰ ਚੰਬੜ ਗਈ ਉਹਨੂੰ ਹੁਣੇ ਚੰਬੜੀ ਹੀ ਰਹੇਗੀ। ਜੇ ਕੋਈ ਇਸ ਤੋਂ ਛੁਟਕਾਰਾ ਪਾਣਾ ਚਾਹੇ ਤਾਂ ਉਹ ਛੁਟਕਾਰਾ ਪਾ ਸਕਦਾ ਹੈ। ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਸ਼ੁਰੂ ਕਰ ਦੇਵੇ ਤਾਂ ਛੁਟਕਾਰਾ ਪਾ ਸਕਦਾ ਹੈ, ਲੇਕਿਨ ਉਹਦੇ ਵਾਸਤੇ ਸਾਧਨ ਇੱਕੋ ਹੀ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਹੋਰ ਕਿਸੇ ਸਾਧਨ ਦੇ ਨਾਲ ਨਹੀਂ। ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ। ਜਦੋਂ ਗੁਰੂ ਦੇ ਸ਼ਬਦ ਰਾਹੀਂ ਇਸ ਹਉਮੈ ਆਪਣਤ ਨੂੰ ਬੰਦਾ ਸਾੜਦਾ ਹੈ ਤੇ ਨਾਮ ਦਾ ਮਤਲਬ ਰੱਬੀ ਹੁਕਮ, ਪ੍ਰਭੂ ਦੀ ਸਿਫਤ ਸਲਾਹ ਮਨ ਦੇ ਅੰਦਰ ਆ ਕੇ ਵਸ ਜਾਂਦੀ। ਹੁਣ ਗੁਰੂ ਗਿਆਨ ਮੁਤਾਬਕ ਜਦੋਂ ਅਸੀਂ ਜ਼ਿੰਦਗੀ ਜੀਵਾਂਗੇ ਤਾਂ ਗੁਰੂ ਜੀ ਤਾਂ ਸਾਨੂੰ ਗੁਨਾਹ ਦੇ ਧਾਰਨੀ ਹੋਣ ਦੀ ਤਾਕੀਦ ਕਰ ਰਹੇ ਨੇ ਕਿ ਅਵਗੁਣ ਛੋੜ ਗੁਨਾਹ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਜਾਂ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਗੁਰੂ ਜੀ ਸਾਨੂੰ ਸੱਚੀ ਰਾਹ ਤੇ ਤੁਰਨ ਦਾ ਉਪਦੇਸ਼ ਦਿੰਦੇ ਨੇ। ਗੁਰੂ ਜੀ ਸਾਨੂੰ ਅੱਖਾਂ ਦੇ ਨਾਲ ਚੰਗਾ ਵੇਖਣਾ, ਜ਼ਬਾਨ ਨਾਲ ਚੰਗਾ ਬੋਲਣਾ, ਕੰਨਾਂ ਨਾਲ ਸੱਚ ਸੁਣਨਾ, ਹੱਥਾਂ ਨਾਲ ਚੰਗਾ ਕਰਨਾ, ਪੈਰਾਂ ਨਾਲ ਚੰਗੇ ਪਾਸੇ ਤੁਰਨਾ, ਮਨ ਕਰਕੇ ਚੰਗਾ ਸੋਚਣਾ, ਇਹ ਉਪਦੇਸ਼ ਦੇ ਰਹੇ ਨੇ। ਤੇ ਜੇ ਇਹ ਉਪਦੇਸ਼ ਰੱਬੀ ਰਜਾ ਪਾਣਾ, ਪ੍ਰਭੂ ਦੀ ਸਿਫਤ ਸਲਾਹ ਮਨ ਵਿੱਚ ਆ ਕੇ ਵਸ ਜਾਏ ਤਾਂ ਫਿਰ ਕੀ ਹੁੰਦਾ? ਤਨ ਮਨ ਹੋਵੇ ਉਜਲਾ, ਤਨ ਵੀ ਔਰ ਮਨ ਵੀ ਉਜਲਾ ਹੋ ਜਾਂਦਾ। ਤਨ ਔਰ ਮਨ ਉਜਲਾ ਕਿਵੇਂ ਹੋ ਜਾਂਦਾ? ਮੈਂਟੈਲਿਟੀ ਉਜਲੀ ਹੋ ਗਈ, ਸੋਚ ਸਾਫ਼ ਹੋ ਗਈ। ਤੇ ਜਿਹਦੀ ਸੋਚ ਸੱਚੀ ਹੈ, ਉਜਵਲ ਹੈ, ਭਲੀ ਹੈ, ਉਹਦੇ ਕੰਮ ਵੀ ਭਲੇ ਹੋਣਗੇ, ਕਿਉਂਕਿ ਅੰਦਰ ਹੀ ਖੋਟ ਨਹੀਂ ਹੈ। ਅੰਦਰ ਸੱਚ ਹੈ, ਅੰਦਰ ਦਇਆ ਹੈ, ਅੰਦਰ ਪਿਆਰ ਹੈ, ਨਿਰਭੈਤਾ ਨਿਰਵੈਰਤਾ ਹੈ। ਉਹ ਬੰਦਾ ਫਿਰ ਬੋਲ ਵੀ ਐਸੇ ਹੀ ਬੋਲੇਗਾ ਤੇ ਸਰੀਰ ਦੇ ਨਾਲ ਉਹ ਕਰਮ ਵੀ ਐਸੇ ਕਰੇਗਾ। ਯਾਨੀ ਉਹਦੀ ਸੋਚ ਵੀ ਪਵਿੱਤਰ ਹੋ ਜਾਂਦੀ ਹੈ, ਔਰ ਤਨ ਪਵਿੱਤਰ ਦਾ ਮਤਲਬ ਉਹਦੇ ਸਰੀਰਕ ਜੋ ਕਰਮ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ, ਉਹ ਵੀ ਕੋਈ ਮੈਲ ਅਪਰਾਧ ਵਾਲਾ ਕਰਮ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਗੁਰੂ ਸ਼ਬਦ ਰਾਹੀਂ ਅਸੀਂ ਆਪਣੇ ਸੋਚ ਨੂੰ, ਕਰਮਾਂ ਨੂੰ ਪਵਿੱਤਰ ਕਰ ਸਕਦੇ ਹਾਂ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਮਾਰਨ ਮਸਾਲੇ ਨੂੰ ਵੀ ਕਹਿੰਦੇ ਨੇ। ਔਰ ਮਾਰਨ ਕੀ ਹੁੰਦਾ ਹੈ ਕਿ ਜਿਵੇਂ ਕੁਸ਼ਤਾ ਵਗੈਰਾ ਹੈ ਨਾ, ਤੇ ਉਹਨੂੰ ਵੈਦ ਲੋਕ ਮਾਰਦੇ ਨੇ ਕਿ ਕੁਸ਼ਤਾ ਮਾਰਿਆ ਹੋਇਆ ਹੈ, ਸੰਖੀਆ ਮਾਰਿਆ ਹੈ। ਅੱਗ ਦੇ ਅੰਦਰ ਉਹਨੂੰ ਜਲਾ ਕੇ, ਗਲਾ ਕੇ, ਰਾਖ ਕਰਕੇ ਸਵਾਹ ਬਣਾ ਲੈਂਦੇ ਨੇ ਤੇ ਉਹ दारू ਬਣ ਜਾਂਦਾ ਹੈ, ਦਵਾਈ ਬਣ ਜਾਂਦੀ ਹੈ। ਮਾਰਨ ਦਾ ਮਤਲਬ ਕਿਸੇ ਚੀਜ਼ ਨੂੰ ਗਾਲ ਦੇਣਾ, ਖਤਮ ਕਰ ਦੇਣਾ, ਉਹਨੂੰ ਕਹਿੰਦੇ ਨੇ ਮਾਰਨ। ਤਾਂ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ। ਮਾਇਆ ਨੂੰ ਮਾਰਨ ਦਾ ਜੋ ਸਾਧਨ ਹੈ, ਖਤਮ ਕਰਨ ਦਾ ਸਾਧਨ, ਉਹ ਕੀ ਹੈ? ਹਰ ਨਾਮ। ਹਰ ਨਾਮ ਦਾ ਮਤਲਬ ਪ੍ਰਭੂ ਦਾ ਹੁਕਮ, ਰੱਬੀ ਗੁਣ। ਜੇ ਤੁਸੀਂ ਰੱਬੀ ਰਜ਼ਾ ਵਿੱਚ ਤੁਰਦੇ ਹੋ ਔਰ ਰੱਬ ਦੀ ਸਿਫਤ ਸਲਾਹ ਕਰਦੇ ਹੋ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦੇ ਹੋ ਜ਼ਿੰਦਗੀ ਵਿੱਚ। ਸਿਫਤ ਸਲਾਹ ਕਰਨ ਦਾ ਮਤਲਬ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ, ਉਹਨਾਂ ਗੁਣਾਂ ਤੇ ਅਮਲ ਕਰਨਾ, ਮਨ ਬਚਨ ਕਰਮ ਕਰਕੇ। ਹੁਣ ਇਹ ਜੋ ਮਾਇਆ ਵਾਲੀ ਸੋਚ ਹੈ ਨਾ, ਇਸ ਸੋਚ ਨੂੰ ਖਤਮ ਕਰਨ ਦਾ ਇੱਕੋ ਹੀ ਸਾਧਨ ਹੈ ਕਿ ਰੱਬੀ ਗੁਣਾਂ ਦੇ ਧਾਰਨੀ ਹੋ, ਰੱਬੀ ਰਜ਼ਾ ਦੇ ਵਿੱਚ ਤੁਰੋ, ਤੇ ਉਸ ਤੋਂ ਬਾਅਦ ਫਿਰ ਮਾੜੀ ਸੋਚ ਰਹੇਗੀ ਨਹੀਂ। ਸੱਚ ਨੂੰ ਅਪਣਾ ਲੋਗੇ, ਝੂਠ ਆਪੇ ਖਤਮ ਹੋ ਜਾਏਗਾ। ਝੂਠ ਨੂੰ ਖਤਮ ਕਰਨ ਦਾ ਸਾਧਨ ਕੀ ਹੈ? ਸੱਚ ਬੋਲਣਾ ਸ਼ੁਰੂ ਕਰ ਦਿਓ, ਝੂਠ ਖਤਮ ਹੋ ਜਾਏਗਾ। ਨਫ਼ਰਤ ਨੂੰ ਖਤਮ ਕਰਨ ਦਾ ਸਾਧਨ ਕੀ ਹੈ? ਪ੍ਰੇਮ ਕਰੋ, ਨਫ਼ਰਤ ਖਤਮ ਹੋ ਜਾਏਗੀ। ਵੈਰ ਭਾਵ ਨੂੰ ਖਤਮ ਕਰਨ ਦਾ ਸਾਧਨ ਕੀ ਹੈ? ਨਿਰਵੈਰ ਹੋ ਜਾਓ, ਵੈਰ ਭਾਵ ਖਤਮ ਹੋ ਜਾਏਗਾ। ਨਿਮਰਤਾ ਦੇ ਧਾਰਨੀ ਹੋ ਜਾਓ, ਈਗੋ ਆਟੋਮੈਟਿਕਲੀ ਖਤਮ ਹੋ ਜਾਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਇਆਵੀ ਸੋਚ ਨੂੰ ਖਤਮ ਕਰਨ ਦਾ ਸਾਧਨ ਰੱਬ ਦੀ ਸਿਫਤ ਸਲਾਹ ਹੈ, ਰੱਬੀ ਹੁਕਮ ਦੇ ਅੰਦਰ ਜੀਵਨ ਗੁਜ਼ਾਰਨਾ ਹੈ।
ਪਰ ਇਹ ਰੱਬੀ ਸਿਫਤ ਸਲਾਹ ਔਰ ਪ੍ਰਭੂ ਦੇ ਹੁਕਮ ਵਿੱਚ ਤੁਰਨਾ ਜਾਂ ਰੱਬੀ ਹੁਕਮ ਦੀ ਸਮਝ ਕਿੱਥੋਂ ਪਵੇ, ਇਹ ਸਾਡੀ ਸੋਚ ਵਿੱਚ ਕਿਵੇਂ ਆਣ ਕੇ ਵਸੇ, ਗੁਰਮੁਖ ਪਾਇਆ ਜਾਏ। ਇਹ ਜੋ ਰੱਬੀ ਹੁਕਮ ਹੈ, ਗੁਰਮੁਖ ਦਾ ਮਤਲਬ ਗੁਰੂ ਦੇ ਜਰੀਏ ਪਾਇਆ ਜਾਂਦਾ ਹੈ। ਜਦੋਂ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਹਾਂ, ਤਾਂ ਸਾਨੂੰ ਰੱਬੀ ਹੁਕਮ ਦੀ ਸੂਝ ਸਮਝ ਆ ਜਾਂਦੀ ਹੈ। ਔਰ ਜਦੋਂ ਸੂਝ ਸਮਝ ਆਉਂਦੀ ਹੈ, ਅਸੀਂ ਉਹਦੇ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰਦੇ ਹਾਂ। ਰੱਬੀ ਗੁਣਾਂ ਦੀ ਦਾਤ ਸਾਨੂੰ ਗੁਰੂ ਪਾਸੋਂ ਮਿਲਦੀ ਹੈ। ਇਸੇ ਕਰਕੇ ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਵਿਚਾਰਨੀ ਹੈ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਇਹ ਗੁਰੂ ਦੇ ਚਰਨਾਂ ਦੀ ਸ਼ਰਨ ਚੋਂ ਮਿਲਦੀ ਹੈ, ਬਾਕੀ ਕਰਮ ਕਾਂਡਾਂ ਨਾਲ ਨਹੀਂ। ਮਹਿਲਾ ਤੀਜਾ, ਇਹ ਮਨ ਕੇਤੜਿਆਂ ਜੁਗ ਭਰਮਿਆ, ਫਿਰ ਰਹਿ ਨਾ ਆਵੇ ਜਾਏ। ਕੇਤੜਿਆਂ ਯੁੱਗ ਦਾ ਮਤਲਬ ਕਈ ਯੁੱਗ ਦਾ ਮਤਲਬ ਬਹੁਤ ਲੰਮਾ ਸਮਾਂ। ਇੱਥੇ ਕੇਤੜਿਆਂ ਯੁੱਗ ਦਾ ਮਤਲਬ ਬਹੁਤ ਲੰਮਾ ਸਮਾਂ। ਭਰਮਿਆਂ ਦਾ ਮਤਲਬ ਭਟਕਿਆ। ਇਹ ਮਨ ਲੰਮਾ ਸਮਾਂ ਭਟਕਦਾ ਰਹਿੰਦਾ ਹੈ। ਫਿਰ ਰਹਿ ਨਾ ਆਵੇ ਜਾਏ। ਫਿਰ ਰਹਿਣਾ ਮਤਲਬ ਕਿ ਫਿਰ ਨਹੀਂ ਰਹਿੰਦਾ। ਆਵੇ ਜਾਏ ਦਾ ਮਤਲਬ ਭਟਕਦਾ ਰਹਿੰਦਾ, ਕਦੇ ਆ ਗਿਆ ਕਦੇ ਚਲਾ ਗਿਆ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਤਾਂ ਇਹ ਮਨ ਲੰਮਾ ਸਮਾਂ ਭਟਕਦਾ ਰਹਿੰਦਾ ਹੈ, ਕਦੇ ਟਿਕਾਵ ਵਿੱਚ ਨਹੀਂ ਹੁੰਦਾ ਔਰ ਹਮੇਸ਼ਾ ਭਟਕਦਾ ਰਹਿੰਦਾ ਹੈ। ਕਬੀਰ ਮਨ ਪੰਥੀ ਪਿਆ, ਉਡ ਉਡ ਦੇਹ ਦਿਸ ਜਾਏ। ਯਾਨੀ ਉਡ ਉਡ ਕੇ 10 ਪਾਸਿਆਂ ਵਾਲੇ ਪਾਸੇ ਜਾਂਦਾ, ਥਿਰ ਰਹਿੰਦਾ ਹੀ ਨਹੀਂ। ਹੁਣ ਫਿਰ ਇਹਨੇ ਕਿਵੇਂ ਹੋਣਾ ਸੀ? ਫਿਰ ਕਿਵੇਂ ਹੋਣਾ ਸੀ? ਫਿਰ ਹੋਣਾ ਸੀ ਜੇ ਕੋਈ ਇਹਦਾ ਗੋਲ ਹੁੰਦਾ, ਜੇ ਇਹਦਾ ਕੋਈ ਏਮ ਹੁੰਦਾ ਸਾਡੇ ਮਨ ਦਾ, ਫਿਰ ਤਾਂ ਫਿਰ ਹੋ ਸਕਦਾ ਹੈ। ਸਾਨੂੰ ਕਿਹਾ ਜਾਂਦਾ ਨਾ ਮੈਡੀਟੇਸ਼ਨ ਕਰੋ, ਧਿਆਨ ਲਗਾਓ। ਹੁਣ ਧਿਆਨ ਲਗਾਈਏ ਕਿਹਦੇ ਤੇ, ਇਹ ਕੋਈ ਦੱਸਦਾ ਨਹੀਂ। ਔਰ ਧਿਆਨ ਹਰ ਇੱਕ ਬੰਦੇ ਨੇ ਆਪਣੇ ਗੋਲ ਤੇ ਲਗਾਉਣਾ ਹੈ, ਤੇ ਗੋਲ ਸਾਡਾ ਹੈ ਨਹੀਂ। ਜੇ ਗੋਲ ਨਹੀਂ ਤੇ ਮਨ ਟਿਕੇ ਕਿੱਥੇ? ਤਾਂ ਜਿਵੇਂ ਮੈਂ ਰੋਜ਼ ਬੇਨਤੀ ਕਰਦਾ, ਸਾਡਾ ਗੋਲ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਨਾ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਸਾਡਾ ਗੋਲ ਕੀ ਹੈ? ਅਸੀਂ ਕੀ ਚਾਹੁੰਦੇ ਹਾਂ? ਸਾਡੀ ਸ਼ਬਦਾਵਲੀ ਕੈਸੀ ਹੋਵੇ, ਸਾਡੀ ਮੈਂਟੈਲਿਟੀ ਕੈਸੀ ਹੋਵੇ, ਸਾਡਾ ਬੌਧਿਕ ਵਿਕਾਸ ਕੈਸਾ ਹੋਵੇ, ਅਸੀਂ ਸਰੀਰਕ ਤੌਰ ਤੇ ਕੈਸੇ ਰਹੀਏ, ਸਾਡੀ ਫੈਮਿਲੀ ਲਾਈਫ ਕੈਸੀ ਹੋਵੇ, ਮੇਰਾ ਬਿਹੇਵੀਅਰ ਕੈਸਾ ਚਾਹੀਦਾ? ਗੋਲ ਤੇ ਹੈ ਨਹੀਂ। ਤੇ ਮਨ ਨੇ ਟਿਕਣਾ ਸੀ ਗੋਲ ਤੇ, ਹੁਣ ਗੋਲ ਅਸੀਂ ਬਣਾਇਆ। ਤਾਂ ਜਦੋਂ ਤੱਕ ਅਸੀਂ ਗੋਲ ਨਹੀਂ ਬਣਾਉਂਦੇ, ਇਹ ਲੰਮਾ ਸਮਾਂ ਮਨ ਭਟਕਦਾ ਰਹਿੰਦਾ ਹੈ, ਕਿਤੇ ਵੀ ਥਿਰ ਨਹੀਂ ਰਹਿੰਦਾ ਔਰ ਭਟਕਣ ਦੇ ਵਿੱਚ ਹੀ ਪਿਆ ਰਹਿੰਦਾ ਹੈ। ਹੁਣ ਭਟਕਣ ਵਿੱਚ ਕਿਉਂ ਪਿਆ ਰਹਿੰਦਾ ਹੈ? ਹਰ ਭਾਣਾ ਤਾਂ ਪਰਮਾਇਨ, ਕਰ ਪਰਪੰਚ ਖੇਲ ਉਪਾਏ। ਪਰ ਪਰਪੰਚ ਦਾ ਮਤਲਬ ਆ ਖਲਾਰਾ ਜਿਹੜਾ ਹੈ। ਪਰਪੰਚ ਹੀਰਾ ਫੇਰੀਆਂ ਨੂੰ ਵੀ ਕਹਿੰਦੇ ਨੇ, ਬਹੁ ਪਰਪੰਚ ਕਰ ਪਰਤਨ ਲਿਆਵੇ। ਪਰਪੰਚ ਦਾ ਮਤਲਬ ਖਲਾਰਾ, ਆ ਜਿਹੜਾ ਜਗਤ ਹੈ। ਤਾਂ ਪ੍ਰਭੂ ਨੇ ਸਾਰਾ ਖੇਲ ਪੈਦਾ ਕੀਤਾ ਹੈ, ਸੰਸਾਰ ਬੜਾ ਵੱਡਾ ਖਲਾਰਾ, ਇਹ ਜਗਤ ਦਾ ਇੱਕ ਖੇਲ। ਕਰ ਪਰਪੰਚ ਖੇਲ ਉਪਾਏ ਦਾ ਮਤਲਬ ਉਸਨੇ ਉਪਾਇਆ ਹੈ, ਉਹਨੇ ਖੇਲ ਪੈਦਾ ਕੀਤਾ ਹੈ। ਹਰ ਭਾਣਾ ਦਾ ਮਤਲਬ ਪ੍ਰਭੂ ਦਾ ਹੁਕਮ, ਰਜਾ, ਭਾਣਾ, ਲੇਖ ਜਾਂ ਸਿਸਟਮ। ਹੁਣ ਮਨ ਕਿਉਂ ਭਰਮ ਰਿਹਾ ਹੈ? ਸਿਸਟਮ ਵਿੱਚ, ਹੁਕਮ ਵਿੱਚ, ਕੁਦਰਤੀ ਨੇਮਾਂ ਅੰਦਰ, ਰੱਬੀ ਰਜਾ ਦੇ ਅੰਦਰ। ਹੁਣ ਇਹ ਚੀਜ਼ ਨੂੰ ਸਮਝਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਸਾਡੇ ਮਨ ਨੂੰ ਭਟਕਾ ਰਿਹਾ ਹੈ, ਕਿਉਂਕਿ ਇਹ ਸਿਸਟਮ ਹੈ, ਰਜਾ ਭਾਣਾ ਹੈ। ਜੇ ਆਪਣਾ ਕੋਈ ਗੋਲ ਬਣਾਓਗੇ ਤਾਂ ਮਨ ਉਹਦੇ ਉੱਤੇ ਟਿਕ ਜਾਏਗਾ। ਜੇ ਉਸ ਸਿਸਟਮ ਨੂੰ ਫੋਲੋ ਕਰੋਗੇ ਤੇ ਤੁਸੀਂ ਆਪਣੇ ਗੋਲ ਵੱਲ ਵਧੋਗੇ। ਤੇ ਇਹ ਵੀ ਸਿਸਟਮ ਹੈ ਕਿ ਜੇ ਗੋਲ ਨਹੀਂ ਬਣਾਓਗੇ ਤੇ ਤੁਰੇ ਫਿਰੋਗੇ ਤੇ ਫਿਰ ਤੁਰੇ ਫਿਰੋਗੇ। ਇੱਕ ਸਿਆਣਾ ਬੰਦਾ ਵੀ ਤੁਰਦਾ ਹੈ ਨਾ ਸੜਕ ਤੇ, ਉਹਨੂੰ ਪਤਾ ਹੈ ਮੈਂ ਘਰੋਂ ਆਇਆ ਤੇ ਕੰਮ ਤੇ ਜਾ ਰਿਹਾ। ਉਹਦਾ ਗੋਲ ਹੈ ਘਰ ਤੋਂ ਕੰਮ ਤੇ ਜਾ ਰਿਹਾ ਹੈ, ਕੰਮ ਤੋਂ ਘਰ ਆ ਰਿਹਾ ਹੈ। ਸਿਸਟਮ ਹੈ ਨਾ, ਉਹਨੂੰ ਪਤਾ ਹੈ। ਲੇਕਿਨ ਤੁਰਨਾ ਇੱਕ ਸਿਸਟਮ ਹੈ। ਤੁਰਨਾ, ਜਿਹੜਾ ਪੈਰ ਹਿਲਾਏਗਾ ਉਹ ਅੱਗੇ ਵਧੇਗਾ। ਤੇ ਇੱਕ ਪਾਗਲ ਵੀ ਵਿਚਾਰਾ ਤੁਰਿਆ ਫਿਰ ਰਿਹਾ ਹੈ। ਉਹ ਤੁਰਿਆ ਫਿਰ ਰਿਹਾ ਹੈ, ਪਰ ਉਹਨੂੰ ਪਤਾ ਨਹੀਂ ਮੈਂ ਜਾਣਾ ਕਿੱਥੇ ਹੈ। ਤੁਰਿਆ ਫਿਰ ਰਿਹਾ, ਉਹ ਕਿਤੇ ਵੀ ਨਹੀਂ ਪਹੁੰਚਦਾ। ਕਿਉਂਕਿ ਪਹੁੰਚੇ ਕਿੱਥੇ ਜਦੋਂ ਗੋਲ ਹੀ ਨਹੀਂ ਹੈ? ਤਾਂ ਸਿਸਟਮ ਹੈ ਨਾ।
ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਹੁਕਮ ਦੇ ਅੰਦਰ ਇਹ ਜਿਹੜਾ ਮਨ ਹੈ ਭਟਕ ਰਿਹਾ ਹੈ, ਪ੍ਰਭੂ ਨੇ ਇਹ ਖੇਲ ਪੈਦਾ ਕੀਤੀ ਹੈ ਤੇ ਇਸ ਖੇਲ ਦੇ ਅੰਦਰ ਹੀ ਇਹਦਾ ਮਨ ਜਿਹੜਾ ਹੈ ਉਹ ਭਟਕੀ ਜਾਂਦਾ ਹੈ, ਕਿਉਂਕਿ ਇਹ ਰੱਬੀ ਰਜ਼ਾ ਨੂੰ ਫੋਲੋ ਨਹੀਂ ਕਰਦਾ, ਸਮਝਦਾ। ਹੁਣ ਇਹਦਾ ਉਪਾਅ ਕੀ ਹੈ? ਇਹ ਮਨ ਸਾਡਾ ਸਥਿਰ ਕਿਵੇਂ ਰਹੇ? ਜਾਂ ਹਰ ਬਖਸ਼ੇ ਤਾਂ ਗੁਰ ਮਿਲੇ, ਅਸਥਿਰ ਰਹੇ ਸਮਾਏ। ਅਸਥਿਰ ਦਾ ਮਤਲਬ ਸਦਾ ਥਿਰ, ਟਿਕਣਾ, ਟਿਕਾਵ ਵਿੱਚ। ਸਮਾਏ ਦਾ ਮਤਲਬ ਸਮਾ ਜਾਣਾ, ਮਿਲ ਜਾਣਾ। ਜਦੋਂ ਰੱਬ ਦੀ ਬਖਸ਼ਿਸ਼ ਹੁੰਦੀ ਹੈ ਜਾਂ ਹਰ ਬਖਸ਼ੇ ਰੱਬ ਬਖਸ਼ਦਾ ਹੈ, ਬਖਸ਼ਿਸ਼ ਕਰਦਾ ਹੈ, ਤਾਂ ਗੁਰ ਮਿਲੇ, ਤਾਂ ਸਾਨੂੰ ਗੁਰੂ ਮਿਲਦਾ ਹੈ, ਤਾਂ ਗੁਰੂ ਮਿਲਦਾ ਹੈ। ਯਾਨੀ ਜੋ ਰੱਬ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ ਉਹਨੂੰ ਗੁਰੂ ਮਿਲਦਾ ਹੈ। ਤੇ ਜਿਸ ਨੂੰ ਗੁਰੂ ਮਿਲ ਜਾਏ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏ, ਅਸਥਿਰ ਰਹੇ ਸਮਾਏ, ਉਹਦਾ ਮਨ ਫਿਰ ਟਿਕ ਜਾਂਦਾ ਹੈ। ਔਰ ਸਮਾਏ ਦਾ ਮਤਲਬ ਸਮਾ ਜਾਂਦਾ ਹੈ, ਰੱਬ ਦੇ ਵਿੱਚ ਸਮਾ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ ਜੇ ਗੁਰੂ ਮਿਲ ਪਵੇ। ਤਾਂ ਜ਼ਰੂਰਤ ਸਾਨੂੰ ਗੁਰੂ ਮਿਲਣ ਦੀ ਹੈ, ਗੁਰੂ ਦੇ ਨਾਲ ਅਸੀਂ ਮਿਲੀਏ, ਗੁਰੂ ਦੇ ਨਾਲ ਅਸੀਂ ਰਲ ਜਾਈਏ, ਗੁਰੂ ਦੇ ਅੰਦਰ ਸਮਾ ਜਾਈਏ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੀਏ। ਦੇਖੋ, ਜਿਵੇਂ ਅਸੀਂ ਗੁਰੂ ਨੂੰ ਮਿਲਣਾ ਸਮਝਦੇ ਹਾਂ, ਉਹ ਸਾਡਾ ਇੱਕ ਛੋਟਾ ਜਿਹਾ ਭੁਲੇਖਾ ਹੈ। ਕਾਸ਼ ਸਾਡਾ ਉਹ ਭੁਲੇਖਾ ਦੂਰ ਹੋਏ ਤੇ ਅਸੀਂ ਅਗਲਾ ਸਟੈਪ ਚੁੱਕੀਏ। ਜਿਵੇਂ ਹੁਣ 2 ਮਿੰਟ ਵਾਸਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਹੁਣ ਮੈਂ ਬਾਣੀ ਪੜ੍ਹ ਰਿਹਾ ਹਾਂ, ਕਰੀਬ ਜ਼ਿਆਦਾ ਨਹੀਂ ਤਾਂ 7-8 ਘੰਟੇ, ਕਿਉਂਕਿ 2 ਵਕਤ ਗੁਰਦੁਆਰਾ ਸਾਹਿਬ ਕਥਾ ਕਰਨੀ ਹੈ, ਸਵੇਰੇ 11:15 ਤੋਂ 11:30, ਫਿਰ 1 ਤੋਂ ਲੈ ਕੇ ਕਰੀਬ 3 ਵਜੇ ਤੱਕ ਤੁਹਾਡੇ ਨਾਲ ਰਹੀਦਾ ਕਲਾਸ ਵਿੱਚ, ਫਿਰ 4:30 ਤੋਂ ਲੈ ਕੇ 6 ਵਜੇ ਤੱਕ ਦੂਜੀ ਕਲਾਸ ਵਿੱਚ, ਤੇ ਫਿਰ 7 ਤੋਂ ਲੈ ਕੇ 7:45 ਵਜੇ ਤੱਕ ਫਿਰ ਕਥਾ, ਯਾਨੀ ਕਰੀਬ 4 ਘੰਟੇ ਦੇ ਕਰੀਬ ਟਾਈਮ ਬਣ ਗਿਆ। ਤੇ ਹੁਣ 4 ਘੰਟੇ ਬੋਲਣ ਵਾਸਤੇ ਮੈਂ 3-4 ਘੰਟੇ ਪੜ੍ਹਦਾ ਵੀ ਹੋਵਾਂਗਾ ਬਾਣੀ, ਤਾਂ 7-8 ਘੰਟੇ ਦੇ ਕਰੀਬ ਬਣ ਗਿਆ, ਸਾਰਾ ਦਿਨ ਲੰਘ ਗਿਆ ਨਾ। ਤਾਂ ਕੀ ਮੈਂ ਗੁਰੂ ਨੂੰ ਮਿਲਿਆ ਹੋਇਆ ਹਾਂ? ਕੀ ਮੈਂ ਗੁਰੂ ਨੂੰ ਮਿਲਿਆ ਹੋਇਆ ਹਾਂ? ਜੇ ਓਪਰੀ ਨਜ਼ਰੇ ਕਹੀਏ ਤਾਂ ਅਸੀਂ ਸਮਝਾਂਗੇ ਵੀ ਮਿਲੇ ਹੋਇਆ ਹਾਂ। ਜਿਹੜਾ ਬੰਦਾ 7-8 ਘੰਟੇ ਬਾਣੀ ਪੜ੍ਹ ਰਿਹਾ, ਮਿਲਿਆ ਹੀ, ਹੋਰ ਕਿਤੇ ਮੈਂ ਕੰਮ ਕਰ ਨਹੀਂ ਰਿਹਾ, ਇਹੀ ਕੰਮ। ਲੇਕਿਨ ਇਹਨੂੰ ਮਿਲਣਾ ਮੈਂ ਨਹੀਂ ਕਹਿ ਪਾਵਾਂਗਾ। ਹੁਣ ਸਵਾਲ ਇਹ ਹੈ ਕਿ ਜੋ ਕੁਝ ਮੈਂ ਬੋਲ ਰਿਹਾ, ਬਾਣੀ ਪੜ੍ਹ ਰਿਹਾ ਜਾਂ ਤੁਹਾਨੂੰ ਸੁਣਾ ਰਿਹਾ, ਕੀ ਮੈਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਰਿਹਾ ਹਾਂ? ਜੇ ਤਾਂ ਮੈਂ ਇੰਪਲੀਮੈਂਟ ਕਰ ਰਿਹਾ ਹਾਂ, ਫਿਰ ਤਾਂ ਮੈਂ ਗੁਰੂ ਦੇ ਨਾਲ ਮਿਲਿਆ ਹੋਇਆ। ਤੇ ਜੇ ਮੈਂ ਇੰਪਲੀਮੈਂਟ ਨਹੀਂ ਕਰ ਰਿਹਾ ਤੇ ਕਥਾ ਕਰਨੀ ਤੇ ਕਲਾ ਬਣ ਜਾਏਗੀ ਨਾ, ਇੱਕ ਡਰਾਮਾ ਬਣ ਜਾਏਗਾ, ਫਿਰ ਮੇਰਾ ਜੀਵਨ ਡਰਾਮਾਬਾਜ਼ੀ ਹੋ ਜਾਏਗਾ। ਇਸ ਲਈ ਕਬੀਰ ਜੀ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਹੈ, ਕਬੀਰ ਗੁਰ ਲਾਗਾ ਤਬ ਜਾਣੀਐ, ਮਿਟੈ ਮੋਹ ਤਨ ਤਾਪ, ਹਰਕ ਸੋਗ ਦਾਝੈ ਨਹੀਂ, ਤਬ ਹਰ ਆਪੈ ਆਪ। ਕਿ ਗੁਰੂ ਦੇ ਨਾਲ ਜੁੜਿਆ ਹੋਇਆ ਤਾਂ ਸਮਝੋ ਜੇ ਦੇਹ ਅਧਿਆਸ ਮੁੱਕ ਜਾਏ, ਤਨ ਦੇ ਕਲੇਸ਼ ਮੁੱਕ ਜਾਣ, ਯਾਨੀ ਵਿਕਾਰ ਖਤਮ ਹੋ ਜਾਣ, ਹਰ ਸੋਗ ਖੁਸ਼ੀ ਗਮੀ ਤੋਂ ਬੰਦਾ ਉੱਚਾ ਉੱਠ ਜਾਏ, ਰੱਬ ਦੇ ਅੰਦਰ ਹੀ ਸਮਾ ਜਾਏ, ਫਿਰ ਨਾ ਗੁਰੂ ਦੇ ਨਾਲ ਜੁੜਿਆ ਹੋਇਆ। ਤਾਂ ਜਦੋਂ ਰੱਬ ਦੀ ਬਖਸ਼ਿਸ਼ ਹੁੰਦੀ, ਉਦੋਂ ਬੰਦਾ ਗੁਰੂ ਦੇ ਨਾਲ ਮਿਲਦਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਮੀਨਸ ਗੁਰਬਾਣੀ ਨੂੰ, ਗੁਰੂ ਦੇ ਗੁਣਾਂ ਨੂੰ, ਗੁਰੂ ਦੀ ਮੱਤ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ, ਅਮਲ ਕਰਦਾ ਹੈ। ਜਦੋਂ ਬੰਦਾ ਫਿਰ ਅਮਲ ਕਰਦਾ ਹੈ, ਅਸਥਿਰ ਰਹੇ, ਉਹਦਾ ਮਨ ਫਿਰ ਟਿਕ ਜਾਂਦਾ ਹੈ। ਸਮਾਏ ਦਾ ਮਤਲਬ ਉਹ ਸਮਾ ਜਾਂਦਾ ਹੈ। ਫਿਰ ਉਹਦੇ ਮਨ ਨੂੰ ਜੇ ਤੁਸੀਂ ਭਟਕਾਣਾ ਚਾਹੋਗਾ ਤਾਂ ਭਟਕਾਣਾ ਚਾਹੋਗੇ, ਭਟਕੇਗਾ ਨਹੀਂ। ਉਹਨੂੰ ਆਰੇ ਨਾਲ ਬੇਸ਼ੱਕ ਚੀਰ ਦਿਓ, ਉਹਨੂੰ ਚਰਖੜੀ ਤੇ ਬੇਸ਼ੱਕ ਚੜਾ ਕੇ ਤੂੰਬੇ ਉਡਾ ਦਿਓ, ਪਰ ਉਹਦਾ ਮਨ ਸੱਚ ਨਾਲੋਂ ਦੂਰ ਨਹੀਂ ਜਾਏਗਾ, ਉਹ ਫਿਰ ਟਿਕ ਜਾਏਗਾ। ਉਹਦਾ ਮਨ ਟਿਕ ਗਿਆ ਹੈ, ਉਹ ਸਮਾ ਗਿਆ ਹੈ, ਉਹਦਾ ਹੀ ਰੂਪ ਹੋ ਜਾਂਦਾ ਹੈ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ। ਮਨ ਹੀ ਤੇ ਮਨ ਮਾਨਿਆ ਦਾ ਮਤਲਬ ਮਨ ਅੰਦਰੋਂ ਹੀ ਪਤੀਤ ਜਾਂਦਾ ਹੈ ਨਾਮ ਦੇ ਅੰਦਰ। ਮਨ ਹੀ ਤੇ ਮਨ ਮਾਨਿਆ, ਅੰਦਰੋਂ ਹੀ ਮਨ ਮੰਨ ਜਾਂਦਾ ਹੈ, ਪਤੀਤ ਜਾਂਦਾ ਹੈ, ਵਿਸ਼ਵਾਸ ਆ ਜਾਂਦਾ ਹੈ। ਤੇ ਜਦੋਂ ਮਨ ਮੰਨ ਜਾਏ, ਜਦੋਂ ਗੁਰੂ ਦੀ ਪਾਵਨ ਬਾਣੀ ਤੇ ਵਿਸ਼ਵਾਸ ਆ ਜਾਏ, ਰੱਬੀ ਗੁਣਾਂ ਦੇ ਅੰਦਰ ਬੰਦਾ ਸਮਾ ਜਾਏ, ਫਿਰ ਉਹਨੂੰ ਸਮਝ ਆ ਜਾਂਦੀ ਹੈ ਨਾ ਕਿਛ ਮਰੈ ਨਾ ਜਾਏ। ਇੱਥੇ ਜਾਏ ਦਾ ਮਤਲਬ ਹੈ ਜੰਮਣਾ। ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਨਾ ਕੁਛ ਜੰਮਦਾ ਹੈ ਨਾ ਕੁਛ ਮਰਦਾ ਹੈ।
ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ। हे ਨਾਨਕ, ਮਨ ਅੰਦਰੋਂ ਹੀ ਪ੍ਰਭੂ ਦੇ ਹੁਕਮ ਦੇ ਨਾਲ, ਰੱਬੀ ਗੁਣਾਂ ਦੇ ਨਾਲ ਪਤੀਜ ਜਾਂਦਾ ਹੈ। ਫਿਰ ਇਹਦਾ ਨਾ ਕੁਛ ਮਰਦਾ ਹੈ ਨਾ ਜੰਮਦਾ ਹੈ। ਫਿਰ ਇਹਨੂੰ ਸਮਝ ਆ ਜਾਂਦੀ ਕੁਛ ਜੰਮਦਾ ਮਰਦਾ ਨਹੀਂ, ਇਹ ਪ੍ਰਭੂ ਦੀ ਇੱਕ ਖੇਲ ਹੈ। ਰੱਬੀ ਰਜਾ ਦੇ ਅੰਦਰ ਸਮਾ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਜਿਹੜੀ ਬੂੰਦ ਹੁਣ ਸਮੁੰਦਰ ਵਿੱਚ ਸਮਾ ਗਈ, ਨਾ ਉਸ ਬੂੰਦ ਨੇ ਹੁਣ ਜੰਮਣਾ ਹੈ ਨਾ ਮਰਨਾ ਹੈ, ਕਿਉਂਕਿ ਸਮੁੰਦਰ ਦੇ ਅੰਦਰ ਸਮਾਈ ਗਈ, ਉਹਨੂੰ ਸਮਝ ਆ ਜਾਂਦੀ ਹੈ ਔਰ ਉਹਦਾ ਮਨ ਫਿਰ ਭਟਕਦਾ ਨਹੀਂ, ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਪੌੜੀ। ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ। ਅਪਾਰ ਦਾ ਮਤਲਬ ਵੱਡਾ, ਮਜ਼ਬੂਤ। ਕਾਇਆ ਦਾ ਮਤਲਬ ਸਰੀਰ, ਕੋਟ ਦਾ ਮਤਲਬ ਕਿਲਾ। ਜਦੋਂ ਕੋਟ ਦੇ ਟੈਂਕੇ ਥੱਲੇ ਔਂਕੜ ਹੋਵੇ ਨਾ, ਤਾਂ ਇਹਦਾ ਮੀਨਿੰਗ ਹੁੰਦਾ ਹੈ ਕਿਲਾ। ਕੋਟ ਦਾ ਟੈਂਕਾ ਜੇ ਮੁਕਤਾ ਹੋਵੇ, ਉਹਦਾ ਮਤਲਬ ਹੋ ਜਾਏਗਾ ਕਿਲੇ, ਬਹੁਤੇ ਕਿਲੇ। ਤੇ ਜੇ ਕੋਟ ਦੇ ਟੈਂਕੇ ਨਾਲ ਸਿਹਾਰੀ ਹੋਵੇ, ਫਿਰ ਉਹਦਾ ਮਤਲਬ ਹੁੰਦਾ ਕਰੋੜ ਜਾਂ ਕਰੋੜਾਂ। ਜਿਵੇਂ ਕਈ ਕੋਟ ਹੋਏ ਪੁਜਾਰੀ, ਉੱਥੇ ਕੋਟ ਦਾ ਮਤਲਬ ਕਰੋੜਾਂ। ਤਾਂ ਗੁਰੂ ਜੀ ਕਹਿੰਦੇ ਨੇ ਮਨੁੱਖਾ ਸਰੀਰ ਮਾਨੋ ਇੱਕ ਵੱਡਾ ਕਿਲਾ ਹੈ, ਵੱਡਾ ਕਿਲਾ ਹੈ। ਮਿਲਣਾ ਸੰਜੋਗੀ, ਇਹ ਸੰਜੋਗਾਂ ਦੇ ਨਾਲ ਮਿਲਦਾ ਹੈ, ਭਾਵ ਕਿ ਬੜਾ ਕੀਮਤੀ ਹੈ, ਬੜਾ ਕੀਮਤੀ ਹੈ, ਬਹੁਤ ਕੀਮਤੀ ਹੈ ਔਰ ਇਹ ਇੱਕ ਬਹੁਤ ਵੱਡਾ ਮਾਨੋ ਕਿਲਾ ਹੈ। ਕਾਇਆ ਅੰਦਰ ਆਪ ਵਸ ਰਿਹਾ, ਆਪੇ ਰਸ ਹੋਗੀ। ਇਹ ਜੋ ਸਰੀਰ ਰੂਪੀ ਕਿਲਾ ਹੈ, ਇਹਦੇ ਵਿੱਚ ਪ੍ਰਭੂ ਆਪ ਵਸ ਰਿਹਾ ਹੈ। ਆਪੇ ਰਸ ਭੋਗੀ ਦਾ ਮਤਲਬ ਆਪ ਹੀ ਰਸ ਭੋਗ ਰਿਹਾ ਹੈ, ਕਿਉਂਕਿ ਉਹਦੀ ਸੱਤਿਆ ਹੈ ਨਾ ਸਾਡੇ ਅੰਦਰ। ਜੋ ਵੀ ਸਿਸਟਮ ਹੈ, ਜੇ ਉਹ ਸੱਤਿਆ ਨਹੀਂ ਹੈ, ਜੇ ਐਨਰਜੀ ਸਰੀਰ ਵਿੱਚ ਨਹੀਂ ਹੈ, ਤਾਂ ਫਿਰ ਅਸੀਂ ਕੁਝ ਖਾ ਨਹੀਂ ਸਕਾਂਗੇ, ਪੀ ਨਹੀਂ ਸਕਾਂਗੇ, ਬੋਲ ਨਹੀਂ ਸਕਾਂਗੇ। ਜਦੋਂ ਤੱਕ ਇਹ ਸਿਸਟਮ ਚੱਲ ਰਿਹਾ ਹੈ, ਉਦੋਂ ਤੱਕ ਅਸੀਂ ਖਾ ਪੀ ਸਕਦੇ ਹਾਂ, ਬੋਲ ਸਕਦੇ ਹਾਂ, ਕੁਝ ਚੀਜ਼ ਮਾਣ ਸਕਦੇ ਹਾਂ। ਤੇ ਜਦੋਂ ਇਹ ਸਿਸਟਮ ਫੇਲ ਹੋ ਜਾਂਦਾ ਹੈ, ਫਿਰ ਸਰੀਰ ਮ੍ਰਿਤਕ ਪਿਆ ਰਹਿ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਰੀਰ ਵਿੱਚ ਪ੍ਰਭੂ ਆਪ ਵਸ ਰਿਹਾ ਹੈ, ਤੇ ਮਾਨੋ ਉਹ ਆਪ ਹੀ ਰਸ ਭੋਗ ਰਿਹਾ ਹੈ, ਆਪ ਹੀ ਹਰ ਚੀਜ਼ ਨੂੰ ਮਾਣ ਰਿਹਾ ਹੈ, ਕਿਉਂਕਿ ਵਿਆਪਕ ਹੈ ਨਾ ਹਰ ਇੱਕ ਦੇ ਅੰਦਰ। ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ। ਅਤੀਤ ਦਾ ਮਤਲਬ ਹੁੰਦਾ ਹੈ ਵਿਰਕਤ। ਵਿਰਕਤ ਜਿਹੜਾ ਤਿਆਗ ਜਾਂਦਾ ਹੈ ਘਰ ਸੰਸਾਰ ਨੂੰ, ਜਿਵੇਂ ਤਿਆਗ ਕੇ ਉਹਨਾਂ ਨੂੰ ਵਿਰਕਤ ਕਹਿ ਦਿੰਦੇ ਨੇ। ਅਲਿਪਤ ਦਾ ਮਤਲਬ ਹੁੰਦਾ ਹੈ ਜਿਸ ਉੱਤੇ ਮਾਇਆ ਅਸਰ ਨਾ ਕਰੇ। ਅਲੇਪ ਜਿਵੇਂ ਪਾਣੀ ਦੇ ਵਿੱਚ ਕਮਲ ਹੈ, ਤਾਂ ਅਲੇਪ ਹੈ, ਪਾਣੀ ਵਿੱਚ ਡੁੱਬਦਾ ਨਹੀਂ। ਨਿਰਜੋਗ ਦਾ ਮਤਲਬ ਨਿਰਬੰਧ, ਜਿਹਨੂੰ ਕੋਈ ਬੰਧਨ ਨਹੀਂ ਹੈ, ਜਿਹੜਾ ਕਿਸੇ ਦੇ ਨਾਲ ਜੁੜਿਆ ਹੋਇਆ ਨਹੀਂ। ਤੇ ਜੋਗੀ ਦਾ ਮਤਲਬ ਜੁੜਿਆ ਹੋਇਆ, ਵਿਆਪਕ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਸਭ ਦੇ ਨਾਲ ਜੁੜਿਆ ਹੋਇਆ ਹੈ। ਉਹ ਮਾਨੋ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਔਰ ਅਣਜੁੜਿਆ ਵੀ ਉਹ ਆਪ ਹੀ ਹੈ। ਜੁੜਿਆ ਵੀ ਉਹ ਆਪ ਹੈ, ਅਣਜੁੜਿਆ ਵੀ ਆਪ ਹੈ, ਵਿਰਕਤ ਵੀ ਉਹ ਆਪ ਹੈ, ਮਾਇਆ ਤੋਂ ਪਰੇ ਵੀ ਹੈ। ਭਾਵ ਕਿ ਇਹ ਸਾਰਾ ਦਿਸਦਾ ਜਗਤ ਜਿਹੜਾ ਹੈ ਉਸੇ ਦਾ ਰੂਪ ਹੈ ਔਰ ਉਹੀ ਇਸ ਜਗਤ ਦੇ ਅੰਦਰ ਰਹਿੰਦਾ ਹੋਇਆ ਇਹਨਾਂ ਵਿਕਾਰਾਂ ਆਦਿਕ ਤੋਂ ਨਿਰਲੇਪ ਹੈ। ਭਾਵ ਸਾਰੀ ਪੰਕਤੀ ਦਾ ਇਹ ਹੈ ਕਿ ਸਾਰਾ ਦਿਸਦਾ ਹੋਇਆ ਜਗਤ ਉਸ ਮਾਲਕ ਦਾ ਹੀ ਰੂਪ ਹੈ। ਉਹ ਆਪ ਜੋਗੀ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ, ਅਣਜੁੜਿਆ ਹੈ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਹੋਗੀ ਦਾ ਮਤਲਬ ਹੋਏਗਾ। ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਤੇ ਜੋ ਕੁਝ ਪ੍ਰਭੂ ਕਰਦਾ ਹੈ ਉਹੀ ਇਸ ਜਗਤ ਵਿੱਚ ਹੁੰਦਾ ਹੈ। ਜੋ ਉਹਨੂੰ ਚੰਗਾ ਲੱਗਦਾ ਹੈ ਕਰਦਾ ਹੈ, ਜੋ ਉਹ ਕਰਦਾ ਹੈ ਉਹੀ ਹੁੰਦਾ ਹੈ। ਹੁਣ ਇਹ ਚੀਜ਼ ਥੋੜਾ ਸਮਝ ਲੈਣਾ ਕਿ ਉਹ ਉੱਤੇ ਬੈਠਾ ਵੱਖਰਾ ਹੋ ਕੇ ਨਹੀਂ ਕਰ ਰਿਹਾ, ਇਸ ਜਗਤ ਦੇ ਅੰਦਰ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰ ਰਿਹਾ ਹੈ ਔਰ ਉਹੀ ਹੋ ਰਿਹਾ ਹੈ ਜੋ ਉਸ ਨੂੰ ਪਾ ਰਿਹਾ ਹੈ। ਇਹਦਾ ਪੰਕਤੀ ਦਾ ਭਾਵ ਇਹ ਹੋਏਗਾ ਕਿ ਰੱਬੀ ਰਜ਼ਾ ਦੇ ਅੰਦਰ ਜੋ ਕੁਝ ਹੁੰਦਾ ਹੈ ਉਹੀ ਹੁੰਦਾ ਹੈ, ਉਹੀ ਹੋਏਗਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਰਜ਼ਾ ਭਾਣੇ ਤੋਂ ਉਲਟ ਕੋਈ ਕੁਝ ਕਰ ਨਹੀਂ ਸਕਦਾ। ਉਹੀ ਹੋਏਗਾ ਜੋ ਰਜ਼ਾ ਦੇ ਅੰਦਰ ਹੈ, ਜੋ ਭਾਣੇ ਦੇ ਅੰਦਰ ਹੈ, ਜੋ ਇਸ ਸਿਸਟਮ ਦੇ ਅੰਦਰ ਹੈ, ਜੋ ਲਾ ਆਫ ਨੇਚਰ ਦੇ ਅੰਦਰ ਹੈ। ਇਹਦੇ ਤੋਂ ਉਲਟ ਕੁਝ ਨਹੀਂ ਕਰ ਸਕਦੇ। ਜੇ ਹੁਣ ਮੈਂ ਚਾਹਾਂ ਕਿ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਾਂ ਤਾਂ ਮੈਂ ਨਹੀਂ ਰਹਿ ਪਾਉਂਗਾ।
ਤੇ ਜੇ ਕੋਈ ਹੋਰ ਬੰਦਾ ਚਾਹੇ ਤੇ ਉਹ ਵੀ ਨਹੀਂ ਰਹਿ ਪਾਏਗਾ, ਕੋਈ ਅਮੀਰ ਚਾਹੇ, ਕੋਈ ਰਾਜਨੀਤਿਕ ਚਾਹੇ ਤਾਂ ਨਹੀਂ ਰਹਿ ਪਾਏਗਾ ਨਾ, ਕਿਉਂਕਿ ਨਿਯਮ ਤਾਂ ਨਿਯਮ ਨੇ ਨਾ ਸਾਰਿਆਂ ਵਾਸਤੇ। ਤਾਂ ਇਹ ਜਗਤ ਦੇ ਅੰਦਰ ਪ੍ਰਭੂ ਦਾ ਭਾਣਾ ਰਜਾ ਹੈ, ਜੋ ਉਹਨੂੰ ਚੰਗਾ ਲੱਗਦਾ ਹੈ ਉਹ ਕਰਦਾ ਹੈ, ਉਹੀ ਕੁਛ ਹੁੰਦਾ ਹੈ। ਭਾਵ ਕਿ ਜਗਤ ਵਿੱਚ ਪ੍ਰਭੂ ਦਾ ਭਾਣਾ ਰਜਾ ਹੁਕਮ ਚੱਲ ਰਿਹਾ ਹੈ। ਹਰ ਗੁਰਮੁਖ ਨਾਮ ਧਿਆਈਐ, ਲਹਿ ਜਾਹੇ ਵਿਜੋਗੀ। ਵਿਜੋਗੀ ਦਾ ਮਤਲਬ ਵਿਛੋੜੇ, ਗੁਰਮੁਖ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ, ਨਾਮ ਦਾ ਮਤਲਬ ਹੁਕਮ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖੀਏ, ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰੀਏ। ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੇ ਨਾਮ ਨੂੰ ਧਿਆਨ ਵਿੱਚ ਰੱਖੀਏ, ਲਹਿ ਜਾਹੇ ਵਿਜੋਗੀ, ਤਾਂ ਫਿਰ ਸਾਰੇ ਵਿਜੋਗ ਜਿਹੜੇ ਨੇ ਉਹ ਲੈ ਜਾਂਦੇ ਨੇ, ਮਿਲਾਪ ਹੋ ਜਾਂਦਾ। ਜੇ ਪ੍ਰਭੂ ਦੀ ਸਿਫਤ ਸਲਾਹ ਕਰੀਏ, ਜੇ ਰੱਬੀ ਹੁਕਮ ਦੇ ਵਿੱਚ ਤੁਰੀਏ, ਤੇ ਵਿਛੋੜੇ ਖਤਮ ਹੋ ਜਾਣਗੇ। ਹੁਕਮ ਰਜ਼ਾਈ ਚੱਲਣਾ, ਤੇ ਹੁਕਮ ਰਜ਼ਾ ਦੇ ਅੰਦਰ ਜੋ ਚੱਲੇਗਾ ਉਹ ਹੀ ਮਿਲੇਗਾ। ਹੁਕਮ ਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨੇ, ਉਹ ਖਜ਼ਾਨੇ ਵਿੱਚ ਪੈ ਜਾਏਗਾ, ਪ੍ਰਵਾਨ ਹੋ ਜਾਏਗਾ, ਵਿਜੋਗ ਲੈ ਜਾਣਗੇ। ਹੁਣ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਆਪਣੇ ਜੀਵਨ ਵਿੱਚ ਵਰਤੀਏ, ਦੇਖੋ ਪ੍ਰਭੂ ਦਾ ਮਿਲਾਪ ਤੇ ਹੋਈ ਗਈ। ਜੇ ਅਸੀਂ ਗੁਣਾਂ ਦੇ ਧਾਰਨੀ ਹੋ ਜਾਂਦੇ ਹਾਂ, ਤੇ ਗੁਣਾਂ ਤੋਂ ਸਾਡਾ ਸੱਚ ਤੋਂ ਜਿਹੜਾ ਵਿਜੋਗ ਹੈ ਉਹ ਸੱਚ ਦੇ ਨਾਲ ਜੁੜਿਆ ਸਾਡਾ ਸੰਜੋਗ ਹੋ ਜਾਏਗਾ, ਮਿਲਾਪ ਹੋ ਜਾਏਗਾ। ਜੇ ਅਸੀਂ ਇਹ ਪੰਕਤੀ ਨੂੰ ਆਪਣੇ ਜੀਵਨ ਦੇ ਵਿੱਚ ਵਰਤੀਏ, ਹੁਣ ਸਾਡੇ ਵਿਛੋੜੇ ਨੇ, ਮੰਨ ਲਓ ਅਸੀਂ ਇੱਕ ਦੂਜੇ ਨਾਲ ਨਾਰਾਜ਼ ਹਾਂ ਜਾਂ ਇੱਕ ਦੂਜੇ ਤੋਂ ਦੂਰ ਹਾਂ, ਤਾਂ ਉਹ ਕਿਹੜੀ ਗੱਲ ਤੋਂ ਦੂਰ ਹਾਂ? ਕੋਈ ਨਾ ਕੋਈ ਦੋਸ਼ ਹੈ ਨਾ, ਕੋਈ ਕਮੀ ਹੈ। ਮੈਂ ਤੁਹਾਡੀ ਕੋਈ ਚੀਜ਼ ਚੁਰਾਈ ਹੈ, ਜਾਂ ਤੁਸੀਂ ਕੋਈ ਮੇਰੀ ਚੀਜ਼ ਚੁਰਾਈ ਹੈ, ਤੁਸੀਂ ਮੇਰੇ ਨਾਲ ਮਾੜਾ ਬਿਹੇਵ ਕੀਤਾ ਹੈ, ਜਾਂ ਮੈਂ ਤੁਹਾਡੇ ਨਾਲ ਮਾੜਾ ਬਿਹੇਵ ਕੀਤਾ ਹੈ, ਇਸ ਕਰਕੇ ਦੂਰੀ ਹੈ ਨਾ। ਤੇ ਹੁਣ ਇਸ ਦੂਰੀ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ? ਜੇ ਮੈਂ ਹੁਕਮ ਰਜਾ ਵਿੱਚ ਤੁਰਾਂ ਜਾਂ ਤੁਸੀਂ ਹੁਕਮ ਰਜਾ ਵਿੱਚ ਤੁਰੋ, ਜੇ ਅਸੀਂ ਗੁਣਾਂ ਦੇ ਧਾਰਨੀ ਹੋ ਜਾਵੇ, ਤਾਂ ਵਿਛੋੜੇ ਖਤਮ ਹੋ ਸਕਦੇ ਨੇ। ਹੁਣ ਜੇ ਇਹਨਾਂ ਨੂੰ ਅਸੀਂ ਆਪਣੇ ਪਰਿਵਾਰਾਂ ਵਿੱਚ ਲਾਗੂ ਕਰੀਏ, ਤਾਂ ਪਰਿਵਾਰਾਂ ਵਿੱਚ ਵਿਛੋੜੇ ਕਿਉਂ ਪੈ ਜਾਂਦੇ ਨੇ? ਬੱਚੇ ਨੇ, ਮਾਂ-ਬਾਪ ਨੇ, ਪਤੀ ਪਤਨੀ, ਰਿਸ਼ਤੇਦਾਰ, ਨਾਨਕੇ ਦਾਦਕੇ, ਮਿੱਤਰ ਸੱਜਣ, ਕੋਈ ਵੀ, ਦੂਰੀਆਂ ਕਿਉਂ ਨੇ? ਦੂਰੀਆਂ ਨੇ ਵਿਕਾਰਾਂ ਕਰਕੇ। ਉਹ ਵਿਕਾਰ ਕਿਸੇ ਵਿੱਚ ਵੀ ਹੋਏ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਵਿਕਾਰ ਕਰਕੇ ਨੇ। ਤੇ ਜੇ ਸਾਰੇ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣ, ਸਿਸਟਮ ਨੂੰ ਫੋਲੋ ਕਰਨ, ਤਾਂ ਵਿਛੋੜੇ ਪੈਣਗੇ ਨਹੀਂ। ਜੇ ਵਿਛੋੜੇ ਪੈ ਨੇ ਤੇ ਦੂਰ ਹੋ ਜਾਣਗੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਕਰੀਏ, ਪ੍ਰਭੂ ਦੇ ਹੁਕਮ ਦੇ ਵਿੱਚ ਧਿਆਨ ਨੂੰ ਜੋੜੀਏ, ਤਾਂ ਜਿਹੜੇ ਵਿਚੋਗ ਨੇ, ਵਿਛੋੜੇ ਨੇ, ਉਹ ਲੈ ਜਾਂਦੇ ਨੇ, ਪ੍ਰਭੂ ਦਾ ਮਿਲਾਪ ਹੋ ਜਾਂਦਾ। ਸ਼ਲੋਕ ਮਹਿਲਾ ਤੀਜਾ। ਵਾਹ ਵਾਹ ਆਪ ਅਖਾਏਂਦਾ, ਗੁਰ ਸ਼ਬਦੀ ਸੱਚ ਸੋਏ। ਹੁਣ ਇੱਥੇ ਨੋਟ ਦੇ ਰਹੇ ਨੇ ਭਾਈ ਸਾਹਿਬ ਸਿੰਘ ਜੀ, ਮੈਂ ਉਹ ਤੁਹਾਨੂੰ ਸੇਮ ਪੜ੍ਹ ਕੇ ਸੁਣਾ ਰਿਹਾ ਜਿਵੇਂ ਲਿਖਿਆ ਹੈ। ਵਾਹ ਵਾਹ ਪਰਥਾਏ ਭਾਈ ਸਾਹਿਬ ਸਿੰਘ ਜੀ ਲਿਖ ਰਹੇ ਨੇ, ਜਦੋਂ ਅਸੀਂ ਕਦੇ ਕੋਈ ਬਹੁਤ ਅਚਰਜ ਨਜ਼ਾਰਾ ਵੇਖਦੇ ਹਾਂ, ਕੋਈ ਬੜਾ ਹੀ ਸੁੰਦਰ ਖਿਆਲ ਸੁਣਦੇ ਹਾਂ, ਤਾਂ ਮਸਤ ਜੈ ਹੋ ਕੇ ਵਾਹ ਵਾਹ ਆਖਦੇ ਹਾਂ। ਮਾਨੋ ਅਸੀਂ ਉਸ ਨਜ਼ਾਰੇ ਜਾਂ ਖਿਆਲ ਦੀ ਸਿਫਤ ਕਰਦੇ ਹਾਂ। ਸੋ ਵਾਹ ਵਾਹ ਆਖਣਾ ਇੱਕ ਤਰ੍ਹਾਂ ਸਿਫਤ ਸਲਾਹ ਕਰਨਾ ਹੈ, ਇਹ ਭਾਈ ਸਾਹਿਬ ਸਿੰਘ ਜੀ ਲਿਖ ਰਹੇ ਨੇ। ਪਰ ਨਾਲ ਹੀ ਇਹ ਭਾਵ ਵੀ ਹੁੰਦਾ ਹੈ ਕਿ ਇਸ ਦੀ ਸਿਫਤ ਲਈ ਸਾਡੇ ਕੋਲ ਕੋਈ ਢੁਕਵੇਂ ਲਫ਼ਜ਼ ਨਹੀਂ ਹਨ, ਇਸ ਵਾਸਤੇ ਲਫ਼ਜ਼ ਵਾਹ ਕਹਿ ਰਹੇ ਹਾਂ। ਲਫ਼ਜ਼ ਵਾਹ ਨੂੰ ਲਫ਼ਜ਼ ਵਾਹਿਗੁਰੂ ਦਾ ਸੰਖੇਪ ਆਖਣਾ ਇਹ ਗਲਤ ਹੈ। ਇਹ ਖਿਆਲ ਲਫ਼ਜ਼ ਵਾਹਿਗੁਰੂ ਦੇ ਥਾਂ ਵਾਹਿਗੁਰੂ ਬਣਾਉਣ ਲਈ ਟੱਪਲਾ ਲਾਉਣ ਵਾਸਤੇ ਸਹਾਈ ਹੁੰਦਾ ਹੈ। ਇਸ ਲਈ ਵਾਹ ਦਾ ਮਤਲਬ ਹੈ ਹੈਰਾਨ ਹੋਣਾ, ਵੰਡਰਫੁਲ, ਯਾਨੀ ਸਿਫਤ ਸਲਾਹ ਕਰਨੀ। ਜਦੋਂ ਅਸੀਂ ਕੋਈ ਸ਼ੈ ਵੇਖਦੇ ਹਾਂ ਨਾ ਬੜੀ ਹੈਰਾਨ ਕਰ ਦੇਣ ਵਾਲੀ, ਤਾਂ ਅਸੀਂ ਕਹਿੰਦੇ ਹਾਂ ਵਾਹ। ਵਾਹ ਦਾ ਮਤਲਬ ਅਸੀਂ ਉਹਦੀ ਸਿਫਤ ਕਰ ਰਹੇ ਹਾਂ, ਉਸ ਆਨੰਦ ਨੂੰ ਮਾਣ ਰਹੇ ਹਾਂ। ਪਰ ਅਸੀਂ ਵਾਹ ਕਿਉਂ ਕਹਿ ਰਹੇ ਹਾਂ? ਕਿਉਂਕਿ ਸਾਡੇ ਕੋਲ ਵਰਡਿੰਗ ਨਹੀਂ ਹੈ ਜਿਸ ਵਰਡਿੰਗ ਦੇ ਨਾਲ ਉਸ ਚੀਜ਼ ਦੀ ਸਿਫਤ ਕੀਤੀ ਜਾ ਸਕੇ। ਇਸ ਲਈ ਇੱਥੇ ਵਾਹ ਦਾ ਮਤਲਬ ਹੈ ਸਿਫਤ ਸਲਾਹ ਕਰਨੀ, ਰੱਬੀ ਗੁਣ ਗਾਣੇ ਵਿਸਮਾਦ ਦੇ ਅੰਦਰ ਜਾ ਕੇ। ਔਰ ਬੰਦਾ ਵਾਹ ਉਦੋਂ ਕਹਿੰਦਾ ਜਦੋਂ ਬਿਲਕੁਲ ਹੈਰਾਨ ਹੁੰਦਾ ਹੈ, ਵਿਸਮਾਦ ਅੰਦਰ ਚਲਾ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਸ਼ਬਦੀ ਸੱਚ ਸੋਏ। ਗੁਰ ਸ਼ਬਦੀ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ। ਸੋਏ ਦਾ ਮਤਲਬ ਉਹ, ਸੱਚ ਦਾ ਮਤਲਬ ਸਦਾ ਥਿਰ ਪ੍ਰਭੂ।
ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰ ਦੇ ਸ਼ਬਦ ਦੀ ਰਾਹੀਂ ਮਨੁੱਖ ਪਾਸੋਂ ਵਾਹ ਵਾਹ ਅਖਵਾਉਂਦਾ ਹੈ, ਭਾਵ ਸਿਫਤ ਸਲਾਹ ਕਰਾਉਂਦਾ ਹੈ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਤਾਂ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਵਿਚਾਰਦੇ ਹਾਂ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਔਰ ਜਦੋਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਹੁੰਦੀ ਹੈ ਨਾ ਪੈਦਾ, ਉਦੋਂ ਫਿਰ ਜੀਵਨ ਚੋਂ ਵਾਹ ਨਿਕਲਦਾ। ਵਾਹ ਕਮਾਲ ਹੈ ਯਾਰ, ਇੰਨਾ ਸੁੱਖ ਸੀ ਮੈਂ ਤੇ ਭੁੱਲਿਆ ਹੀ ਰਿਹਾ, ਮੈਂ ਤਾਂ ਹੁਣ ਤੱਕ ਭੁੱਲਿਆ ਹੀ ਰਿਹਾ। ਜਦੋਂ ਅਸੀਂ ਗੁਰੂ ਗਿਆਨ ਰਾਹੀਂ ਵਿਚਾਰਦੇ ਹਾਂ ਔਰ ਗੁਰੂ ਗਿਆਨ ਨੂੰ ਇੰਪਲੀਮੈਂਟ ਕਰਦੇ ਹਾਂ, ਫਿਰ ਸਾਡੀ ਜ਼ਿੰਦਗੀ ਦੇ ਅੰਦਰ ਮਹਾਨ ਸੁੱਖ ਆਨੰਦ ਪੈਦਾ ਹੁੰਦਾ ਹੈ। ਫਿਰ ਨਿਕਲਦਾ ਹੈ ਸ਼ਬਦ ਜ਼ਬਾਨ ਦੇ ਵਿੱਚੋਂ ਵਾਹ ਕਿ ਵਾਹ ਕਿਆ ਕਮਾਲ ਦੀ ਬਾਣੀ, ਕਿਆ ਕਮਾਲ ਦਾ ਗਿਆਨ ਹੈ ਗੁਰੂ ਦਾ, ਕਿਆ ਕਮਾਲ ਦਾ ਜੀਵਨ ਹੈ ਗੁਰੂ ਦੀ ਪਾਵਨ ਬਾਣੀ ਵਾਲਾ, ਮੈਂ ਹੁਣ ਤੱਕ ਭੁੱਲਿਆ ਹੀ ਰਿਹਾ। ਫਿਰ ਬੰਦਾ ਸਿਫਤ ਸਲਾਹ ਕਰਦਾ ਹੈ। ਤਾਂ ਇਹ ਸਿਫਤ ਸਲਾਹ ਜਿਹੜੀ ਹੈ ਗੁਰੂ ਰਾਹੀਂ ਹੋ ਸਕਦੀ ਹੈ ਜਦੋਂ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ। ਪਰ ਜਦੋਂ ਅਸੀਂ ਕਿਸੇ ਬੰਦਿਆਂ ਦੇ ਚੱਕਰ ਵਿੱਚ ਪੈਂਦੇ ਹਾਂ, ਉਥੋਂ ਸਾਨੂੰ ਐਡਾ ਉੱਚਾ ਗਿਆਨ ਮਿਲਦਾ ਨਹੀਂ, ਇੰਨੀ ਉੱਚੀ ਸੂਝ ਸਮਝ ਮਿਲਦੀ ਨਹੀਂ। ਤੇ ਜਿਹੜਾ ਬੰਦਾ ਹੈ ਉਹ ਫਿਰ ਸਾਨੂੰ ਕਾਹਦੇ ਨਾਲ ਜੋੜਦਾ ਕਿ ਤੀਰਥਾਂ ਤੇ ਨਾ ਆਓ, ਉਹਦੀ ਸਮਝ ਹੀ ਉਨੀ ਕਿ ਉਹ ਸਾਨੂੰ ਕਹਿੰਦਾ ਵਰਤ ਰੱਖ ਲਓ, ਸਰਾਧ ਕਰ ਲਓ, ਸਮਾਧੀਆਂ ਲਾ ਲਓ, ਜਪ ਤਪ ਕਰ ਲਓ ਜਾਂ ਹੋਰ ਕਰਮ ਕਰ ਲਓ, ਤੇ ਉਹਨਾਂ ਕਰਮਾਂ ਦੇ ਵਿੱਚੋਂ ਤਾਂ ਸੁੱਖ ਮਿਲਦਾ ਨਹੀਂ ਹੈ। ਇਸ ਲਈ ਸਾਡੀ ਜੋ ਗਲਤੀ ਰਹੀ, ਭੁੱਲ ਰਹੀ, ਉਹ ਇਹ ਰਹੀ ਕਿ ਬੰਦਾ ਡਾਇਰੈਕਟ ਆਪ ਗੁਰੂ ਦੇ ਨਾਲ ਨਹੀਂ ਜੁੜਿਆ, ਗੁਰਬਾਣੀ ਨੂੰ ਅਸਾਂ ਆਪ ਨਹੀਂ ਵਿਚਾਰਿਆ। ਔਰ ਦੂਜੀ ਭੁੱਲ ਇਹ ਰਹੀ ਕਿ ਅਸੀਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕੀਤਾ। ਤਾਂ ਗੁਰੂ ਸ਼ਬਦ ਰਾਹੀਂ, ਗੁਰੂ ਗਿਆਨ ਰਾਹੀਂ ਬੰਦਾ ਪ੍ਰਭੂ ਦੀ ਸਿਫਤ ਸਲਾਹ ਕਰ ਸਕਦਾ ਹੈ। ਬਾਕੀ ਜੋ ਆਮ ਲੋਕ ਨੇ ਉਹ ਸਾਨੂੰ ਕਰਮ ਕਾਂਡਾਂ ਦੇ ਵਿੱਚ ਹੀ ਫਸਾ ਦੇਣ। ਵਾਹ ਵਾਹ ਸਿਫਤ ਸਲਾਹ ਹੈ, ਗੁਰਮੁਖ ਬੁੱਝ ਹੈ ਕੋਈ ਵਿਰਲਾ ਗੁਰਮੁਖ ਸਮਝਦਾ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਹੈਰਾਨ ਕਰ ਦੇਣ ਵਾਲੀ, ਵਾਹ ਵਾਹ ਹੈਰਾਨ ਕਰ ਦੇਣ ਵਾਲੀ, ਵੰਡਰਫੁਲ, ਇਹਦੇ ਨਤੀਜੇ ਬੜੇ ਵੰਡਰਫੁਲ ਨੇ। ਸਿਫਤ ਸਲਾਹ ਕਰਨ ਦੇ ਨਤੀਜੇ ਬਹੁਤ ਹੀ ਵੰਡਰਫੁਲ ਨੇ। ਕੋਈ ਵਿਰਲਾ ਗੁਰੂ ਦੇ ਚਰਨਾਂ ਦੇ ਭੌਰਾ ਬਣ ਕੇ ਚੀਜ਼ ਨੂੰ ਸਮਝਦਾ ਹੈ, ਤੇ ਸਮਝੇਗਾ ਕੌਣ? ਨਤੀਜਾ ਕਿਹਦਾ ਆਏਗਾ? ਜੋ ਇੰਪਲੀਮੈਂਟ ਕਰੇਗਾ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਕਿੰਨਾ ਪਿਆਰਾ ਬਚਨ ਹੈ ਨਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਕਿ ਜਿਹੋ ਜਿਹਾ ਮੈਂ ਗੁਰੂ ਬਾਰੇ ਸੁਣਦਾ ਸਾਂ, ਮੈਂ ਹੁਣ ਅਜਮਾ ਕੇ ਦੇਖਿਆ ਹੈ। ਅੱਜ ਮੈਂ ਸੁਣੀ ਸੁਣਾਈ ਗੱਲ ਨਹੀਂ ਕਹਿ ਰਿਹਾ, ਅੱਜ ਮੈਂ ਆਪਣੇ ਤਜਰਬੇ ਤੋਂ ਕਹਿ ਰਿਹਾ ਵੀ ਗੁਰੂ ਉਵੇਂ ਦਾ ਹੀ ਹੈ ਜਿਵੇਂ ਦਾ ਮੈਂ ਸੁਣਦਾ ਸਾਂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਮੈਂ ਵੇਖ ਲਿਆ ਹੈ, ਅਜਮਾ ਲਿਆ ਹੈ, ਪਰਖ ਲਿਆ ਹੈ। ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਮੈਂ ਅਜਮਾ ਲਿਆ ਹੈ ਕਿ ਰੱਬ ਵਿਛੁੜਿਆਂ ਨੂੰ ਰੱਬ ਦੇ ਨਾਲ ਮਿਲਾ ਦਿੰਦਾ ਹੈ, ਗੁਰੂ ਰੱਬ ਦੇ ਨਾਲ ਮਿਲਾ ਦਿੰਦਾ ਹੈ, ਰੱਬੀ ਦਰਗਾਹ ਦਾ ਵਿਚੋਲਾ ਹੈ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹੋਮੇ ਰੋਗ, ਗੁਰੂ ਹੋਮੇ ਦੇ ਰੋਗ ਨੂੰ ਕੱਟ ਦਿੰਦਾ ਹੈ ਔਰ ਰੱਬੀ ਹੁਕਮ ਨੂੰ ਦ੍ਰਿੜ ਕਰਾ ਦਿੰਦਾ ਹੈ। ਇਹ ਗੱਲ ਸਮਝਾ ਦਿੰਦਾ ਹੈ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤਾਂ ਗੁਰਮੁਖ ਬੁੱਝ ਹੈ ਹੁਣ ਕੋਈ ਵਿਰਲਾ ਗੁਰਮੁਖ ਬੁੱਝੇਗਾ ਕਿ ਇਸ ਵਾਹ ਵਾਹ ਜਿਹੜੀ ਸਿਫਤ ਸਲਾਹ ਹੈ ਨਾ, ਵਾਹ ਵਾਹ ਹੈ, ਇਹਦੇ ਰਿਜ਼ਲਟ ਬੜਾ ਵਧੀਆ। ਹੁਣ ਸਿਫਤ ਸਲਾਹ ਦਾ ਮਤਲਬ ਗੁਣਾਂ ਦੇ ਧਾਰਨੀ ਹੋਣਾ, ਗੁਣਾਂ ਨੂੰ ਇੰਪਲੀਮੈਂਟ ਕਰਨਾ। ਦੇਖੋ ਇਹ ਗੱਲਾਂ ਕਹਿ ਕੇ ਸੁਣ ਕੇ ਕਿੰਨੀ ਖੁਸ਼ੀ ਹੋ ਰਹੀ ਹੈ ਨਾ, ਇੰਨੀ ਖੁਸ਼ੀ ਤੇ ਸਿਰਫ ਕਹਿਣ ਨਾਲ ਔਰ ਸੁਣਨ ਦੇ ਨਾਲ ਹੋ ਰਹੀ ਹੈ। ਇੰਜ ਲੱਗਦਾ ਨਾ ਜਿਵੇਂ ਦੁਨੀਆ ਹੀ ਬਦਲ ਗਈ। ਇਹ ਹਾਲੀ ਕਿਆ ਹੈ, ਸੁਣਿਆ ਹੈ ਥੋੜਾ ਜਿਹਾ, ਤੇ ਜੇ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰ ਲਿਆ ਜਾਏ, ਫਿਰ ਸਾਡੀ ਜ਼ਿੰਦਗੀ ਦੇ ਅੰਦਰ ਕਿੰਨੀ ਖੁਸ਼ੀ ਹੋਏਗੀ, ਉਹਦਾ ਕੋਈ ਅੰਦਾਜ਼ਾ ਲਾ ਸਕਦਾ ਹੈ ਨਹੀਂ ਨਾ। ਗੁਣਾਂ ਨੂੰ ਇੰਪਲੀਮੈਂਟ ਕਰਾਂਗੇ, ਸੱਚ ਨੂੰ, ਦਇਆ ਨੂੰ, ਧਰਮ ਨੂੰ, ਧੀਰਜ ਨੂੰ, ਤਾਂ ਉਹਦਾ ਜੋ ਰਿਜ਼ਲਟ ਨਿਕਲੇਗਾ, ਜ਼ਿੰਦਗੀ ਦਾ ਸੁੱਖ ਮਿਲੇਗਾ, ਉਹ ਬੜਾ ਮਹਾਨ ਵੰਡਰਫੁਲ ਹੋਏਗਾ। ਵਾਹ ਵਾਹ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਵਾਹ ਵਾਹ ਬਾਣੀ ਦਾ ਮਤਲਬ ਸਿਫਤ ਸਲਾਹ ਦੀ ਬਾਣੀ, ਸੱਚ ਹੈ ਦਾ ਮਤਲਬ ਪ੍ਰਭੂ ਦਾ ਹੀ ਰੂਪ ਹੈ।
ਜੋ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ, ਪ੍ਰਭੂ ਦਾ ਹੀ ਰੂਪ ਹੈ ਮਨ। ਸੱਚ ਮਿਲਾਵਾ ਹੋਏ, ਇਹਦੇ ਨਾਲ ਸੱਚ ਦੇ ਵਿੱਚ ਮਿਲਾਪ ਹੋ ਜਾਂਦਾ ਹੈ। ਸੱਚ ਦੇ ਚੱਚੇ ਨਾਲ ਸਿਹਾਰੀ ਹੈ ਨਾ, ਸੱਚ ਵਿੱਚ ਸੱਚ ਮਿਲਾਵਾ ਹੋਏ ਦਾ ਮਤਲਬ ਸੱਚ ਦੇ ਵਿੱਚ ਮਿਲਾਪ ਹੋ ਜਾਂਦਾ ਹੈ, ਸੱਚ ਦੇ ਨਾਲ ਮਿਲਾਪ ਹੋ ਜਾਂਦਾ ਹੈ, ਬੰਦਾ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਹੁਣ ਆਮ ਅਸੀਂ ਕਹਿ ਦਿੰਦੇ ਹਾਂ ਕਿ ਫਲਾਂ ਬੰਦਾ ਯਾਰ ਉਹਦੀ ਤੇ ਕਿਆ ਬਾਤਾਂ ਨੇ, ਉਹ ਤਾਂ ਰੱਬ ਦਾ ਰੂਪ ਹੈ। ਹੁਣ ਉਹ ਬੰਦਾ ਰੱਬ ਨਹੀਂ ਹੁੰਦਾ, ਰੱਬ ਦਾ ਰੂਪ ਹੁੰਦਾ ਹੈ। ਰੱਬ ਦੇ ਰੂਪ ਦਾ ਮਤਲਬ ਕਿ ਉਹਦੇ ਵਿੱਚ ਕੋਈ ਛਲ ਕਪਟ ਨਹੀਂ ਹੈ, ਸੱਚਾ ਸੁੱਚਾ ਬੰਦਾ ਹੈ, ਹੈਲਪਫੁਲ ਆਦਮੀ ਹੈ, ਇਮਾਨਦਾਰੀ ਦੇ ਨਾਲ ਕਿਰਤ ਕਰਦਾ ਹੈ, ਉਹਦੀ ਜ਼ਿੰਦਗੀ ਵਿੱਚ ਕੋਈ ਵਿਸ਼ੇ ਵਿਕਾਰ ਨਹੀਂ, ਨਿਰੋਲ ਸੱਚਾ ਹੈ ਅੰਦਰੋਂ ਬਾਹਰੋਂ। ਕਹਿ ਦਿੰਦੇ ਆ ਨਾ ਰੱਬ ਦਾ ਰੂਪ ਹੈ। ਇਸੇ ਨੂੰ ਕਹਿੰਦੇ ਨੇ ਸੱਚ ਮਿਲਾਵਾ ਹੋਏ। ਜਿਹੜਾ ਗੁਰੂ ਦੀ ਬਾਣੀ ਨੂੰ ਇੰਪਲੀਮੈਂਟ ਕਰਦਾ ਹੈ, ਉਹਦਾ ਸੱਚ ਨਾਲ ਮਿਲਾਪ ਹੋ ਜਾਂਦਾ ਹੈ, ਉਹ ਸੱਚ ਦਾ ਹੀ ਰੂਪ ਬਣ ਜਾਂਦਾ ਹੈ। ਮੈਂ ਨਿੱਕੀ ਜਿਹੀ ਇੱਕ ਸਟੋਰੀ ਤੁਹਾਨੂੰ ਸੁਣਾਈ ਸੀ, ਮੈਂ ਦੁਬਾਰਾ ਰਿਪੀਟ ਕਰਦੇ ਹਾਂ ਕਿਉਂਕਿ ਇਹਨਾਂ ਚੀਜ਼ਾਂ ਨੂੰ ਰਿਪੀਟ ਕਰਨ ਵਿੱਚ ਕੋਈ ਨੁਕਸਾਨ ਨਹੀਂ, ਫਾਇਦਾ ਹੀ ਹੁੰਦਾ ਹੈ। ਕੋਈ ਬੱਚਾ ਵੇਚ ਰਿਹਾ ਸੀ ਖਿਡੌਣੇ, ਹਾੜ ਦੇ ਦਿਨ 35-40 ਟੈਂਪਰੇਚਰ, ਸੂਰਜ ਤਪ ਰਿਹਾ ਸੀ, ਧਰਤੀ ਤਪ ਰਹੀ ਸੀ, ਵਿਆਹੀਆਂ ਫਟੀਆਂ ਹੋਈਆਂ, ਨੰਗੇ ਪੈਰ, ਤੇ ਬੱਚਾ ਤੜਪ ਰਿਹਾ ਸੀ। ਤੇ ਕਿਸੇ ਬੰਦੇ ਨੇ ਆਣ ਕੇ ਇਹਨੂੰ ਜੁੱਤੀ ਖਰੀਦ ਕੇ ਦਿੱਤੀ। ਉਹਨੂੰ ਤਰਸ ਆਇਆ, ਕਹਿਣ ਲੱਗਾ ਚੱਲ ਬੇਟਾ ਜੁੱਤੀ। ਉਹਨੇ ਜੁੱਤੀ ਲੈ ਦਿੱਤੀ। ਜਦੋਂ ਜੁੱਤੀ ਲੈ ਕੇ ਦਿੱਤੀ ਨਾ, ਤੇ ਬੱਚਾ ਕਹਿਣ ਲੱਗਾ ਅੰਕਲ ਤੂੰ ਰੱਬ ਹੈ। ਉਹ ਬੰਦਾ ਡਰਿਆ, ਕਹਿਣ ਲੱਗਾ ਨਾ 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 ਬੇਟੇ ਮੈਂ ਰੱਬ ਨਹੀਂ, ਮੈਂ ਰੱਬ ਕਿਵੇਂ ਹੋ ਸਕਦਾ, ਮੈਂ ਰੱਬ ਨਹੀਂ ਹਾਂ। ਕਹਿੰਦਾ ਤੂੰ ਰੱਬ ਨਹੀਂ? ਕਹਿੰਦਾ ਨਹੀਂ। ਕਹਿੰਦਾ ਇਹਦਾ ਮਤਲਬ ਫਿਰ ਤੂੰ ਰੱਬ ਦਾ ਫਰੈਂਡ ਹੈ, ਰੱਬ ਦਾ ਦੋਸਤ ਹੈ? ਕਹਿਣ ਲੱਗਾ ਨਹੀਂ। ਕਹਿਣ ਲੱਗਾ ਨਹੀਂ ਅੰਕਲ ਮੈਂ ਨਹੀਂ ਮੰਨਦਾ, ਤੂੰ ਰੱਬ ਦਾ ਦੋਸਤ ਜ਼ਰੂਰ ਹੈ। ਜੇ ਰੱਬ ਨਹੀਂ ਤੇ ਤੂੰ ਰੱਬ ਦਾ ਦੋਸਤ ਹੈ। ਕਹਿਣ ਲੱਗਾ ਕਿਉਂ, ਤੂੰ ਕਿਵੇਂ ਕਹਿਣਾ? ਕਹਿਣ ਲੱਗਾ ਅੰਕਲ ਮੇਰੇ ਮਾਂ-ਬਾਪ ਬਿਮਾਰ ਨੇ, ਤੇ ਮੈਂ ਆ ਜੋ ਥੋੜੇ ਖਿਡੌਣੇ ਵਗੈਰਾ ਵੇਚਦਾ ਹਾਂ, ਇਹਨਾਂ ਨਾਲ ਜਿਹੜਾ ਥੋੜੇ ਜਿਹੇ ਪੈਸੇ ਬਚਦੇ ਨੂੰ ਮਾਂ ਪਿਓ ਦੀ ਦਵਾਈ ਤੇ ਲੱਗ ਜਾਂਦੇ ਨੇ। ਖਾਣ ਪੀਣ ਦਾ ਗੁਜ਼ਾਰਾ ਬਹੁਤ ਔਖੇ ਢੰਗ ਨਾਲ ਚੱਲ ਰਿਹਾ ਹੈ, ਤੇ ਮੈਂ ਆਪਣੇ ਪੈਰਾਂ ਦੀ ਜੁੱਤੀ ਨਹੀਂ ਖਰੀਦਦਾ ਵੀ ਮੰਮੀ ਪਾਪਾ ਦੀ ਦਵਾਈ ਦੇਣੀ ਹੁੰਦੀ ਹੈ। ਤੇ ਕੱਲ ਮੈਂ ਰੱਬ ਅੱਗੇ ਨਾ ਅਰਦਾਸ ਕਰਦਾ ਸਾਂ ਵੀ ਰੱਬਾ ਮੈਨੂੰ ਜੁੱਤੀ ਦੇ, ਮੈਨੂੰ ਜੁੱਤੀ ਲੈ ਦੇ, ਮੇਰੇ ਪੈਰ ਸੜਦੇ ਨੇ। ਤੇ ਕਹਿੰਦਾ ਅੱਜ ਤੂੰ ਜੁੱਤੀ ਦੇਣ ਵਾਸਤੇ ਆ ਗਿਆ, ਇਹਦਾ ਮਤਲਬ ਤੂੰ ਰੱਬ ਦਾ ਦੋਸਤ ਨੇ, ਤੈਨੂੰ ਰੱਬ ਨੇ ਭੇਜਿਆ ਹੋਏਗਾ। ਉਹ ਬੰਦਾ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਲੈ ਕੇ ਮੂੰਹ ਲੁਕਾ ਕੇ ਚਲਾ ਗਿਆ, ਤੇ ਨਾਲ ਸੋਚਦਾ ਜਾ ਰਿਹਾ ਸੀ ਕਿ ਰੱਬ ਦਾ ਦੋਸਤ ਬਣਨਾ ਕਿੰਨਾ ਸੌਖਾ ਹੈ, ਰੱਬ ਦਾ ਦੋਸਤ ਬਣਨਾ ਕਿੰਨਾ ਸੌਖਾ ਹੈ। ਸਮਝ ਗਏ ਮੇਰੀ ਗੱਲ ਨਾ? ਕਿਸੇ ਦੀ ਹੈਲਪ ਕਰਨੀ ਤੇ ਉਹ ਬੰਦਾ ਰੱਬ ਦਾ ਦੋਸਤ ਹੀ ਹੋ ਗਿਆ ਨਾ। ਕਹਿਣ ਤੋਂ ਭਾਵ ਕਿ ਇਹੋ ਜਿਹੇ ਕੰਮ ਕਰਨੇ ਕਿੰਨੇ ਚੰਗੇ ਨੇ, ਕਿੰਨੇ ਸੌਖੇ ਨੇ, ਜਿਹਦੇ ਨਾਲ ਕਿਸੇ ਦੇ ਦੁੱਖ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ, ਇਹ ਸੱਚ ਸਰੂਪ ਹੈ। ਇਹਨੂੰ ਜਦੋਂ ਅਸੀਂ ਇੰਪਲੀਮੈਂਟ ਕਰਦੇ ਹਾਂ, ਸੱਚ ਦੇ ਵਿੱਚ ਸਾਡਾ ਮਿਲਾਪ ਹੋ ਜਾਂਦਾ ਹੈ, ਯਾਨੀ ਉਹ ਬੰਦਾ ਰੱਬ ਵਰਗਾ ਹੀ ਹੋ ਨਿਬੜਦਾ ਹੈ। ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ, ਪਰਮ ਪ੍ਰਾਪਤ ਹੋ। ਵਾਹ ਵਾਹ ਕਰਤਿਆਂ ਯਾਨੀ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ, ਰੱਬੀ ਗੁਣ ਗਾਉਂਦਿਆਂ, ਰੱਬੀ ਗੁਣਾਂ ਦਾ ਆਨੰਦ ਮਾਣਦਿਆਂ। ਪ੍ਰਭ ਪਾਇਆ ਦਾ ਮਤਲਬ ਬੰਦਾ ਰੱਬ ਨੂੰ ਪਾ ਲੈਂਦਾ। ਕਰਮ ਪ੍ਰਾਪਤ ਹੋਏ ਦਾ ਮਤਲਬ ਪ੍ਰਭੂ ਦੀ ਫਿਰ ਮਿਹਰ ਮਿਲਦੀ ਹੈ, ਮਿਹਰ ਦਾ ਬਖਸ਼ਿਸ਼ ਦਾ ਪਾਤਰ ਬਣਦਾ। ਉਹ ਬੰਦਾ ਰੱਬ ਦਾ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਪ੍ਰਭੂ ਦੀ ਕਿਰਪਾ ਪਾ ਲੈਂਦਾ ਹੈ, ਪ੍ਰਭੂ ਦਾ ਉਹਨੂੰ ਮਿਲਾਪ ਹੋ ਜਾਂਦਾ ਹੈ, ਰੱਬ ਦੇ ਅੰਦਰ ਹੀ ਬੰਦਾ ਸਮਾ ਜਾਂਦਾ ਹੈ। ਕਾਹਦੇ ਨਾਲ? ਵਾਹ ਵਾਹ ਸਿਫਤ ਸਲਾਹ। ਸਿਫਤ ਸਲਾਹ ਦਾ ਮਤਲਬ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ। ਇਹ ਨਹੀਂ ਕਿ ਵਾਹ 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 ਕਰਦੇ ਰਹੋ। ਗੁਣਾਂ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨ ਦਾ ਮਤਲਬ ਹੈ ਵਾਹ ਵਾਹ, ਯਾਨੀ ਹੈਰਾਨੀਜਨਕ ਰੱਬੀ ਗੁਣਾਂ ਦਾ ਆਨੰਦ ਮਾਣਨਾ। ਔਰ ਜਿਹੜਾ ਇਹਨਾਂ ਗੁਣਾਂ ਦਾ ਆਨੰਦ ਮਾਣਦਾ ਹੈ ਉਹ ਰੱਬ ਵਰਗਾ ਹੀ ਹੋ ਜਾਂਦਾ ਹੈ, ਪ੍ਰਭੂ ਨੂੰ ਪਾ ਲੈਂਦਾ ਹੈ। ਰੱਬੀ ਗੁਣਾਂ ਨੂੰ ਪਾ ਲੈਣਾ ਹੀ ਪ੍ਰਭੂ ਨੂੰ ਪਾ ਲੈਣਾ ਹੈ। ਮਹਿਲਾ ਤੀਜਾ। ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ। ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਵਾਹ ਵਾਹ ਕਰਤੀ ਦਾ ਮਤਲਬ ਸਿਫਤ ਸਲਾਹ ਕਰਦੀ। ਗੁਰੂ ਦੇ ਸ਼ਬਦ ਰਾਹੀਂ ਜਦੋਂ ਕਿਸੇ ਦੀ ਰਸਨਾ ਵਾਹ ਵਾਹ ਕਰਦੀ ਹੈ, ਭਾਵ ਕਿ ਪ੍ਰਭੂ ਦੀ ਸਿਫਤ ਸਲਾਹ ਗਾਉਂਦੀ ਹੈ, ਰੱਬੀ ਗੁਣਾਂ ਦੀ ਕੋਈ ਗੱਲ ਕਰਦਾ, ਕਿ ਉਹ ਰਸਨਾ ਸੁਹਾਵਣੀ ਹੋ ਜਾਂਦੀ ਹੈ, ਉਹ ਰਸਨਾ ਪਿਆਰੀ ਹੈ।
ਉਹ ਜ਼ਬਾਨ ਮਹਾਨ ਹੈ, ਮੁਬਾਰਕ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਰੱਬੀ ਗੁਣ ਗਾਉਂਦਿਆਂ ਇਹ ਰਸਨਾ, ਇਹ ਜ਼ਬਾਨ, ਇਹ ਮੂੰਹ ਸੁੱਚਾ ਹੋ ਜਾਂਦਾ ਹੈ। ਆਮ ਅਸੀਂ ਕਹਿੰਦੇ ਆ ਨਾ, ਲੋ ਭਾਜੀ ਹੱਥ ਸੁੱਚੇ ਕਰ ਲਓ। ਪਾਣੀ ਨਾਲ ਹੱਥ ਸੁੱਚੇ ਨਹੀਂ ਹੁੰਦੇ, ਪਾਣੀ ਦੇ ਨਾਲ ਹੱਥ ਸਾਫ਼ ਹੁੰਦੇ ਨੇ। ਮੂੰਹ ਸੁੱਚਾ ਕਰ ਲਓ, ਪਾਣੀ ਨਾਲ ਮੂੰਹ ਸੁੱਚਾ ਨਹੀਂ ਹੁੰਦਾ, ਰਸਨਾ ਸੁੱਚੀ ਨਹੀਂ ਹੁੰਦੀ, ਪਾਣੀ ਨਾਲ ਮੂੰਹ ਸਾਫ਼ ਹੁੰਦਾ ਹੈ। ਹੱਥ ਸੁੱਚੇ ਹੁੰਦੇ ਨੇ ਕਿਰਤ ਕਰਕੇ, ਹੱਥ ਸੁੱਚੇ ਹੁੰਦੇ ਨੇ ਕਿਸੇ ਦਾ ਸਹਿਯੋਗ ਕਰਕੇ, ਕਿਸੇ ਡਿੱਗੇ ਨੂੰ ਉਠਾ ਕੇ, ਕਿਸੇ ਰੋਂਦੇ ਨੂੰ ਚੁੱਪ ਕਰਾ ਕੇ, ਕਿਸੇ ਪਛੜੇ ਹੋਏ ਨੂੰ ਅੱਗੇ ਵਧਾ ਕੇ। ਜ਼ਬਾਨ, ਮੂੰਹ ਪਾਣੀ ਦੇ ਨਾਲ ਸਾਫ਼ ਹੁੰਦਾ ਹੈ, ਪਰ ਮੂੰਹ ਸੁੱਚਾ ਹੁੰਦਾ ਹੈ। ਜ਼ਬਾਨ ਸੁੱਚੀ ਹੁੰਦੀ ਹੈ ਸੱਚ ਬੋਲ ਕੇ, ਪਿਆਰ ਵਾਲੇ ਬੋਲ ਬੋਲ ਕੇ। ਉਹ ਬੋਲ ਜਿਸ ਤੋਂ, ਉਹ ਰਸਨਾ ਜਿਸ ਤੋਂ ਨਿਮਰਤਾ ਵਾਲੇ ਬੋਲ ਨਿਕਲਦੇ ਨੇ, ਪਿਆਰੇ ਬੋਲ ਨਿਕਲਦੇ ਨੇ, ਸੱਚੇ ਬੋਲ ਨਿਕਲਦੇ ਨੇ, ਉਹ ਰਸਨਾ ਸੁਹਾਵਣੀ ਹੈ। ਤਾਂ ਦੇਖੋ, ਸਾਨੂੰ ਵੀ ਚਾਹੀਦਾ ਨਾ ਕਿ ਅਸੀਂ ਆਪਣੀ ਰਸਨਾ ਨੂੰ ਸੁਹਾਵਣੀ ਬਣਾਈਏ। ਜ਼ਬਾਨ ਦੇ ਨਾਲ ਬੋਲ ਹੀ ਤੇ ਬੋਲਣੇ ਨੇ। ਇਹ ਬੋਲ ਹੀ ਬੰਦੇ ਨੂੰ ਮਾੜਾ ਬਣਾ ਦਿੰਦੇ ਨੇ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਫਿੱਕੇ ਬੋਲ ਸਾਨੂੰ ਮੂਰਖ ਬਣਾ ਦਿੰਦੇ ਨੇ। ਫਿੱਕੇ ਬੋਲ ਬੋਲਣ ਨਾਲ ਸਾਨੂੰ ਲੋਕ ਬੜਬੋਲਾ ਕਹਿਣ ਲੱਗ ਜਾਂਦੇ ਨੇ। ਫਿੱਕੇ ਬੋਲ ਬੋਲਣ ਦੇ ਨਾਲ ਸਾਡਾ ਨੁਕਸਾਨ ਹੁੰਦਾ ਹੈ, ਸਾਡੇ ਰਿਸ਼ਤੇ ਨਾਤੇ ਟੁੱਟਦੇ ਨੇ। ਤੇ ਜੇ ਇਸੇ ਜ਼ਬਾਨ ਨਾਲ ਸੱਚ ਬੋਲੀਏ, ਪਿਆਰ ਵਾਲੇ ਬੋਲ ਬੋਲੀਏ, ਨਿਮਰਤਾ ਵਾਲੇ ਬੋਲ ਬੋਲੀਏ, ਤਾਂ ਇਹੋ ਹੀ ਜ਼ੁਬਾਨ ਜਿਹੜੀ ਹੈ ਸਾਨੂੰ ਸੁਖੀ ਔਰ ਸ਼ਾਂਤ ਕਰੇਗੀ। ਸਾਡੇ ਵਿਗੜੇ ਤਿਗੜੇ ਰਿਸ਼ਤੇ ਨਾਤੇ ਸੁਧਰ ਜਾਣਗੇ, ਸਾਡਾ ਜੀਵਨ ਸੁਹਾਵਣਾ ਹੋ ਜਾਏਗਾ। ਪਰ ਹੁਣ ਬੰਦੇ ਤੇ ਡਿਪੈਂਡ ਕਰੇਗਾ ਨਾ ਕਿ ਬੰਦਾ ਕਰੇਗਾ ਕੀ। ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਈ। ਆਈ ਦਾ ਮਤਲਬ ਆ ਕੇ, ਪੂਰੇ ਸ਼ਬਦ ਦਾ ਮਤਲਬ ਪੂਰਨ ਸ਼ਬਦ ਦੀ ਰਾਹੀਂ, ਪੂਰਨ ਗਿਆਨ ਦੀ ਰਾਹੀਂ। ਪੂਰੇ ਸ਼ਬਦ ਦਾ ਮਤਲਬ ਪੂਰੇ ਗੁਰੂ ਦਾ ਸ਼ਬਦ, ਪੂਰੇ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਤਾਂ ਜਿਹੜਾ ਪੂਰੇ ਗੁਰੂ ਦਾ ਸ਼ਬਦ ਹੈ, ਉਪਦੇਸ਼ ਹੈ, ਗਿਆਨ ਹੈ, ਜੇ ਉਹਦੇ ਧਾਰਨੀ ਹੋਈਏ ਤੇ ਪ੍ਰਭੂ ਆਪ ਆ ਕੇ ਮਿਲ ਪੈਂਦਾ ਹੈ। ਯਾਨੀ ਗੁਰੂ ਗਿਆਨ ਦੇ ਧਾਰਨੀ ਹੋ ਜਾਣਾ ਹੀ ਰੱਬ ਦਾ ਮਿਲਾਪ ਹੈ। ਦੇਖੋ ਕਿੰਨਾ ਸੌਖਾ ਕੰਮ। ਹੁਣ ਸਾਨੂੰ ਸਮਝਾਇਆ ਗਿਆ ਹੈ ਕਿ ਤੁਸੀਂ ਇਹ ਕੰਮ ਕਰੋਗੇ, ਫਿਰ ਰੱਬ ਕਿਤੇ ਉੱਤੋਂ ਅਰਸ਼ਾਂ ਤੋਂ ਉਤਰੇਗਾ ਤੇ ਉਹ ਤੁਹਾਡੇ ਆਣ ਕੇ ਸਾਹਮਣੇ ਖੜਾ ਹੋਏਗਾ ਤੇ ਫਿਰ ਤੁਸੀਂ ਜੋ ਮੰਗੋਗੇ ਮੰਗ ਲਿਓ। ਅਸਲ ਦੇ ਅੰਦਰ ਰੱਬੀ ਗੁਣਾਂ ਦਾ ਪਾ ਲੈਣਾ ਹੀ ਰੱਬ ਦਾ ਪਾ ਲੈਣਾ, ਸੱਚ ਦਾ ਪਾ ਲੈਣਾ ਹੀ ਰੱਬ ਦਾ ਪਾ ਲੈਣਾ ਹੈ। ਗੁਰੂ ਦੀ ਪਾਵਨ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲੈਣਾ, ਇਹੀ ਰੱਬ ਦਾ ਪਾ ਲੈਣਾ ਹੈ। ਤਾਂ ਉਹਨੂੰ ਪੂਰੇ ਗੁਰੂ ਦੇ ਗਿਆਨ ਰਾਹੀਂ ਗੁਰਬਾਣੀ ਨੂੰ ਇੰਪਲੀਮੈਂਟ ਕਰਨ ਨਾਲ ਪ੍ਰਭੂ ਮਿਲ ਪੈਂਦਾ, ਉਹਦਾ ਪ੍ਰਭੂ ਦਾ ਮਿਲਾਪ ਹੋ ਜਾਂਦਾ। ਵੱਡ ਭਾਗੀਆਂ ਵਾਹ ਵਾਹ ਮੂੰਹ ਕਢਾਈ। ਵੱਡੇ ਭਾਗਾਂ ਵਾਲਿਆਂ ਦੇ ਮੂੰਹ ਚੋਂ ਪ੍ਰਭੂ ਆਪ ਵਾਹ ਵਾਹ ਕਢਾਉਂਦਾ ਹੈ, ਮਤਲਬ ਸਿਫਤ ਸਲਾਹ ਕਰਾਂਦਾ ਹੈ। ਯਾਨੀ ਉਹ ਵੱਡੇ ਭਾਗਾਂ ਵਾਲੇ ਨੇ, ਭਾਵ ਉਹਨਾਂ ਦਾ ਜੀਵਨ ਮੁਬਾਰਕ ਹੈ, ਖੁਸ਼ਕਿਸਮਤ ਨੇ, ਜਿਨ੍ਹਾਂ ਦੀ ਜ਼ਬਾਨ ਤੋਂ ਸੱਚ ਨਿਕਲਦਾ ਹੈ, ਜਿਨ੍ਹਾਂ ਦੇ ਬੋਲ ਮਿੱਠੇ ਨੇ, ਜਿਨ੍ਹਾਂ ਦੇ ਬੋਲ ਪਿਆਰੇ ਨੇ, ਜਿਨ੍ਹਾਂ ਦੇ ਬੋਲ ਪਰਉਪਕਾਰ ਵਾਲੇ ਨੇ, ਵਡਭਾਗੀ ਨੇ ਉਹ। ਤਾਂ ਹੁਣ ਦੇਖੋ, ਇਹ ਦੋ ਰਾਸਤੇ ਨੇ, ਇੱਕ ਖੁਸ਼ਕਿਸਮਤੀ ਦਾ ਔਰ ਇੱਕ ਬਦਕਿਸਮਤੀ ਦਾ। ਖੁਸ਼ਕਿਸਮਤੀ ਦਾ ਵੱਡੇ ਭਾਗਾਂ ਵਾਲਾ ਰਾਹ ਤੇ ਇਹ ਹੈ ਕਿ ਜ਼ਬਾਨ ਦੇ ਨਾਲ ਸੱਚ ਬੋਲੋ, ਪਿਆਰੇ ਬੋਲ ਬੋਲੋ, ਮਿੱਠੇ ਬੋਲ ਬੋਲੋ, ਪੋਜ਼ਿਟਿਵ ਬੋਲੋ, ਸੁਖਦਾਈ ਬੋਲ ਬੋਲੋ, ਤਾਂ ਤੁਸੀਂ ਵੱਡੇ ਭਾਗਾਂ ਵਾਲੇ ਹੋ ਗਏ, ਕਿਉਂਕਿ ਵੱਡੇ ਕਰਨ ਵਾਸਤੇ ਉਦਮ ਕਰ ਰਹੇ ਹੋ। ਤੇ ਦੂਜਾ ਰਾਸਤਾ ਇਹ ਹੈ ਕਿ ਇਸ ਜ਼ਬਾਨ ਦੇ ਨਾਲ ਦੂਜਿਆਂ ਦੀ ਬੇਇੱਜ਼ਤੀ ਕਰੋ, ਦੂਜਿਆਂ ਨੂੰ ਨੀਵਾਂ ਵਿਖਾਓ, ਝੂਠ ਬੋਲੋ, ਲੋਭ ਵਾਲੇ ਬੋਲ ਬੋਲੋ, ਤੇ ਇਹ ਮਾੜੀ ਕਿਸਮਤ ਵਾਲਾ ਰਾਸਤਾ ਹੈ। ਡਿਪੈਂਡ ਹੁਣ ਮੇਰੇ ਤੇ ਕਰਦਾ ਹੈ ਕਿ ਮੈਂ ਕਿਹੜੇ ਰਾਹ ਨੂੰ ਅਪਣਾਉਣਾ ਚਾਹੁੰਦਾ। ਮੈਂ ਖੁਸ਼ਕਿਸਮਤੀ ਹੋਣਾ ਚਾਹੁੰਦਾ ਜਾਂ ਬਦਕਿਸਮਤ ਦਾ, ਮੇਰੇ ਤੇ ਡਿਪੈਂਡ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਵਡਭਾਗੀ ਨੇ ਉਹ, ਮਹਾਨ ਨੇ ਉਹ ਲੋਕ ਜਿਨ੍ਹਾਂ ਦੀ ਰਸਨਾ ਤੋਂ ਪ੍ਰਭੂ ਸਿਫਤ ਸਲਾਹ ਦੇ ਬੋਲ ਅਖਵਾਉਂਦਾ ਹੈ। ਵਾਹ ਵਾਹ ਕਰਹਿ ਸਹੀ ਜਨ ਸੋਹਣੇ, ਤਿਨ ਕੋ ਪਰਜਾ ਪੂਜਣ ਆਈ। ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਸਲੀ ਸੋਹਣੇ ਉਹ ਜਿਹਨੇ ਸੋਹਣੇ ਲੱਗਦੇ ਨੇ। ਆਪਾਂ ਪਿੱਛੇ ਵੀ ਵਿਚਾਰ ਕੀਤੀ ਸੀ ਨਾ ਕਿ ਜੇ ਨੈਣ ਨਕਸ਼ ਨਾਮ ਹੀ ਚੰਗੇ ਹੋਣ ਨਾ,
ਜੇ ਆਦਤਾਂ ਚੰਗੀਆਂ ਨੇ, ਸੁਭਾਅ ਚੰਗਾ ਹੈ, ਬੋਲ ਚੰਗੇ ਨੇ, ਤਾਂ ਬੰਦਾ ਸੋਹਣਾ ਲੱਗਦਾ ਹੈ। ਤੇ ਜੇ ਬੰਦੇ ਦੇ ਨੈਣ ਨਕਸ਼ ਬੜੇ ਸੋਹਣੇ ਨੇ ਲੇਕਿਨ ਬੋਲ ਬਾਣੀ ਬੜੀ ਮਾੜੀ ਹੈ, ਤਾਂ ਲੋਕ ਕਹਿੰਦੇ ਨਹੀਂ ਭੱਠ ਪੈ ਸੋਨਾ ਜਿਹੜਾ ਕੰਨਾਂ ਨੂੰ ਖਾਏ। ਕੰਨਾਂ ਵਿੱਚ ਸੋਨਾ ਤੇ ਪਾਣਾ ਹੈ ਨਾ ਟਮਕਾਉਣ ਵਾਸਤੇ, ਵੀ ਲੋਕਾਂ ਨੂੰ ਵਿਖਾਉਣ ਲਈ ਵੀ ਅਸੀਂ ਸੋਹਣੇ ਲੱਗੀਏ। ਤੇ ਜੇ ਉਹ ਕੰਨਾਂ ਨੂੰ ਹੀ ਖਾਵੇ, ਕੰਨਾਂ ਦੇ ਵਿੱਚ ਐਲਰਜੀ ਪੈਦਾ ਕਰ ਦੇਵੇ ਜਾਂ ਕੁਛ ਹੋਰ ਨੁਕਸਾਨ ਕਰੇ, ਤਾਂ ਉਹ ਸੋਨੇ ਦਾ ਕੀ ਕਰਨਾ? ਉਹ ਸੁਹੱਪਣ ਦਾ ਲਾਭ ਕੀ ਹੈ ਜਿਹਦੇ ਅੰਦਰੋਂ ਕਿਸੇ ਨੂੰ ਸੁੱਖ ਨਹੀਂ, ਸ਼ਾਂਤੀ ਨਹੀਂ, ਗੁਣ ਨਹੀਂ, ਸੱਚ ਨਹੀਂ, ਦਇਆ ਨਹੀਂ, ਧਰਮ ਨਹੀਂ, ਪ੍ਰੇਮ ਨਹੀਂ, ਤਾਂ ਸੁਹੱਪਣ ਦਾ ਕਰਨਾ ਕੀ? ਸੁਹੱਪਣ ਤਾਂ ਮੈਂਟੈਲਿਟੀ ਦਾ ਹੈ, ਸੁਹੱਪਣ ਤਾਂ ਬੋਲਾਂ ਦਾ ਹੈ, ਸੁਹੱਪਣ ਤਾਂ ਵਿਹਾਰ ਦਾ ਹੈ। ਗੁਰੂ ਜੀ ਕਹਿੰਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਹੀ ਸੋਹਣੇ ਔਰ ਸੁੰਦਰ ਨੇ ਜਿਨ੍ਹਾਂ ਦਾ ਬਹਿਣਾ ਉੱਠਣਾ ਜੀਵਨ ਜਿਹੜਾ ਹੈ ਗੁਰਬਾਣੀ ਮੁਤਾਬਕ। ਤਾਂ ਹੀ ਸਾਨੂੰ ਗੁਰੂ ਜੀ ਬਾਰ-ਬਾਰ ਸਮਝਾਉਂਦੇ ਨੇ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਤਾਂ ਸ਼ਿੰਗਾਰ ਅਸੀਂ ਇਹ ਕਰਨੇ ਨੇ ਸ਼ੁਭ ਗੁਣਾਂ ਦੇ। ਜ਼ਬਾਨ ਸਾਡੀ ਮਿੱਠੇ ਬੋਲਾਂ ਨਾਲ ਸ਼ਿੰਗਾਰੀ ਹੋਵੇ, ਕੰਨ ਸਾਡੇ ਸ਼ਿੰਗਾਰੇ ਜਾਂਦੇ ਨੇ ਉਦੋਂ ਸੋਹਣੇ ਹੋ ਜਾਂਦੇ ਨੇ ਜਦੋਂ ਅਸੀਂ ਸੱਚ ਸੁਣਦੇ ਹਾਂ। ਹੱਥ ਸਾਡੇ ਸੋਹਣੇ ਹੋ ਜਾਂਦੇ ਨੇ ਜਦੋਂ ਅਸੀਂ ਕਿਰਤ ਕਰਦੇ ਹਾਂ ਔਰ ਸਹਿਯੋਗ ਕਰਦੇ ਹਾਂ। ਅੱਖਾਂ ਸਾਡੀਆਂ ਸੋਹਣੀਆਂ ਹੋ ਜਾਂਦੀਆਂ ਨੇ ਜਦੋਂ ਅਸੀਂ ਹਰ ਇੱਕ ਦੇ ਅੰਦਰ ਪ੍ਰਭੂ ਦੀ ਜੋਤ ਨੂੰ, ਜ਼ਹੂਰ ਨੂੰ ਤੱਕਦੇ ਹਾਂ। ਪੈਰ ਸਾਡੇ ਸੋਹਣੇ ਹੋ ਜਾਂਦੇ ਨੇ ਜਦੋਂ ਅਸੀਂ ਸੋਹਣੇ ਰਾਹਾਂ ਤੇ ਤੁਰਦੇ ਹਾਂ। ਮਨ ਸੋਹਣਾ ਹੋ ਜਾਂਦਾ ਜਦੋਂ ਅਸੀਂ ਸੋਹਣਾ ਸੋਚਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਸੋਹਣੇ ਨੇ ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਤਿਨਕੋ ਪਰਜਾ ਪੂਜਣ ਆਈ, ਪੂਜਣ ਦਾ ਮਤਲਬ ਸਤਿਕਾਰ ਕਰਨਾ। ਐਸੇ ਲੋਕਾਂ ਦਾ ਫਿਰ ਪਰਜਾ ਪੂਜਣ ਆਉਂਦੀ ਹੈ, ਭਾਵ ਐਸੇ ਲੋਕਾਂ ਦਾ ਪਰਜਾ ਸੰਸਾਰ ਦੇ ਲੋਕ ਸਤਿਕਾਰ ਕਰਦੇ ਨੇ। ਐਸੇ ਲੋਕਾਂ ਨੂੰ ਦੁਨੀਆ ਮਾਣ ਦਿੰਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਵੇਂ ਭਗਤ ਪੂਰਨ ਸਿੰਘ ਜੀ ਦੀ ਗੱਲ ਮੈਂ ਆਮ ਕਰਦਾ, ਲੋਕਾਂ ਨੇ ਸਤਿਕਾਰ ਦਿੱਤਾ ਨਾ ਉਹਨਾਂ ਨੂੰ। ਸਤਿਕਾਰ ਇਸ ਕਰਕੇ ਨਹੀਂ ਦਿੱਤਾ ਕਿ ਉਹਨਾਂ ਸੋਨੇ ਦੀਆਂ ਚੈਨਾਂ ਪਾਈਆਂ ਸੀ, ਉਹਨਾਂ ਛਾਪਾਂ ਪਾਈਆਂ ਸੀ, ਛੱਲੇ ਪਾਏ ਸੀ, ਜਾਂ ਕੱਪੜੇ ਬੜੇ ਕੀਮਤੀ ਪਾਉਂਦੇ ਸੀ। ਬਿਲਕੁਲ ਸਿੰਪਲ ਸੀ, ਲੇਕਿਨ ਜੀਵਨ ਬੜਾ ਸੋਹਣਾ ਸੀ, ਸੋਚ ਬੜੀ ਸੁੰਦਰ ਮਹਾਨ ਸੀ। ਤੇ ਪਰਜਾ ਪੂਜਦੀ ਹੈ ਨਾ, ਪਰਜਾ ਸਤਿਕਾਰ ਕਰਦੀ ਹੈ ਉਹਨਾਂ ਦਾ ਜੋ ਰਸਨਾ ਰਾਹੀਂ, ਬੋਲਾਂ ਰਾਹੀਂ, ਕਰਮਾਂ ਰਾਹੀਂ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ। ਵਾਹ ਵਾਹ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੀ ਸ਼ੋਭਾ ਪਾਏ। ਗੁਰੂ ਜੀ ਕਹਿੰਦੇ ਨੇ ਇਹ ਜੋ ਸਿਫਤ ਸਲਾਹ ਹੈ ਰੱਬੀ ਮਿਹਰ ਦੇ ਨਾਲ ਮਿਲਦੀ ਹੈ, ਤੇ ਜੋ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਦਰ ਸੱਚੇ ਸ਼ੋਭਾ ਪਾਈ, ਉਹਨੂੰ ਰੱਬ ਦੇ ਸੱਚੇ ਦਰ ਦੇ ਉੱਤੇ ਸ਼ੋਭਾ ਮਿਲਦੀ। ਯਾਨੀ ਰੱਬੀ ਦਰ ਤੇ ਉਹ ਪ੍ਰਵਾਨ ਹੈ, ਰੱਬੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੈ, ਉਹਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ। ਪੌੜੀ ਬੱਜਰ ਕਪਾਟ ਕਾਇਆ ਗੜ ਭੀਤਰ, ਕੂੜ ਕੁਸਤ ਅਭਿਮਾਨੀ। ਬੱਜਰ ਕਪਾਟ, ਬੱਜਰ ਕਪਾਟ ਦਾ ਮਤਲਬ ਵੀ ਜਿਹੜੇ ਬੜੇ ਕਰੜੇ ਦੀਵਾਰ ਬੂਹੇ ਨੇ, ਕਿਵਾੜ ਨੇ, ਜਿਹੜੇ ਕਿਵਾੜਾਂ ਨੂੰ ਖੋਲਣਾ ਬਹੁਤ ਔਖਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅਹੰਕਾਰੀ ਮਨੁੱਖ ਦੇ ਸਰੀਰ ਰੂਪ ਕਿਲੇ ਵਿੱਚ ਕੂੜ ਕੁਸਤ ਦੇ ਬੜੇ ਕਰੜੇ ਫਾਟਕ ਲੱਗੇ ਹੋਏ। ਕੂੜ ਔਰ ਕੁਸਤ, ਝੂਠ ਔਰ ਮਾੜਾ ਆਚਰਨ, ਇਹ ਫਾਟਕ ਨੇ। ਹੁਣ ਦੇਖੋ 2 ਮਿੰਟ ਵਾਸਤੇ ਜਿਵੇਂ ਇਹ ਮੈਂ ਅੱਗੇ ਐਪ ਕਰ ਲਿਆ ਨਾ, ਹੁਣ ਤੁਸੀਂ ਮੈਨੂੰ ਨਹੀਂ ਦਿਸ ਰਹੇ, ਮੈਂ ਤੁਹਾਨੂੰ ਨਹੀਂ ਦਿਸ ਰਿਹਾ, ਔਰ ਇੱਕ ਬਿਲਕੁਲ ਪਤਲਾ ਜਿਹਾ ਕਾਗਜ਼ ਹੈ। ਤੇ ਹੁਣ ਜੇ ਬੜੇ ਮੋਟੇ ਕਰੜੇ ਦਰਵਾਜ਼ੇ ਲੱਗੇ ਹੋਣ, ਕੁੰਡੇ ਲੱਗੇ ਹੋਣ, ਢੀੜੇ ਹੋਣ, ਇੱਕ ਪਾਸੇ ਤੁਸੀਂ ਹੋ ਤੇ ਇੱਕ ਪਾਸੇ ਮੈਂ, ਤੇ ਕੀ ਸਾਡਾ ਮਿਲਾਪ ਹੋ ਸਕਦਾ? ਤਾਂ ਗੁਰੂ ਜੀ ਕਹਿੰਦੇ ਨੇ ਕੂੜ ਔਰ ਕੁਸਤ, ਮਾੜਾ ਆਚਰਨ ਔਰ ਝੂਠ ਫਰੇਬ, ਇਹ ਸਾਡੇ ਔਰ ਪ੍ਰਭੂ ਦੇ ਦਰਮਿਆਨ ਕਰੜੇ ਫਾਟਕ ਨੇ ਲੱਗੇ ਹੋਏ। ਭਰਮ ਭੂਲੇ ਨਦਰ ਨਾ ਆਮਨੀ, ਮਨਮੁਖ ਅੰਧ ਅਗਿਆਨੀ। ਜੋ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਹੈ ਉਹ ਅਗਿਆਨੀ ਹੈ, ਆਪ ਖੁਦਰਾ ਹੈ, ਗੁਰੂ ਤੋਂ ਗਿਆਨ ਦੀ ਦਾਤ ਲੈਂਦਾ ਨਹੀਂ, ਸਿਆਣੇ ਬੰਦੇ ਦੀ ਕਿਸੇ ਦੀ ਗੱਲ ਮੰਨਦਾ ਨਹੀਂ, ਆਪ ਖੁਦਰਾ ਹੈ, ਰੱਬੀ ਰਜਾ ਤੇ ਭਾਣੇ ਤੋਂ ਉਲਟ ਚੱਲ ਰਿਹਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਹੁੰਦਾ, ਭਟਕਣਾ ਦੇ ਵਿੱਚ ਪਿਆ ਹੋਇਆ ਹੈ। ਨਦਰ ਨਾ ਆਮਨੀ, ਉਹਨੂੰ ਨਜ਼ਰ ਹੀ ਨਹੀਂ ਪੈਂਦੇ, ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਖੜਾ ਕਿੱਥੇ ਹਾਂ। ਆਮ ਬੰਦੇ ਦੀ ਪ੍ਰੋਬਲਮ ਇਹ ਹੈ
ਕਿ ਉਹਨੂੰ ਇਹ ਨਹੀਂ ਪਤਾ ਕਿ ਮੈਂ ਮਾਨਸਿਕ ਤੌਰ ਤੇ ਖੜਾ ਕਿੱਥੇ ਆ, ਮੇਰੀ ਮੈਂਟੈਲਿਟੀ ਕਿੱਥੇ ਹੈ। ਮੈਂ ਤੁਹਾਡੇ ਬਾਰੇ ਬਹੁਤ ਕੁਝ ਬੋਲਾਂਗਾ ਕਿ ਤੁਹਾਡੇ ਵਿੱਚ ਇਹ ਕਮੀਆਂ ਨੇ, ਪਰ ਪ੍ਰੋਬਲਮ ਇਹ ਹੈ ਮੈਨੂੰ ਆਪਣੀਆਂ ਕਮੀਆਂ ਦਾ ਨਹੀਂ ਪਤਾ। ਅਸੀਂ ਦੂਜੇ ਦੀ ਮਾਨਸਿਕਤਾ ਬਾਰੇ ਦੱਸਦੇ ਹਾਂ ਕਿ ਉਹਦੀ ਮਾਨਸਿਕਤਾ ਮਾੜੀ, ਇਹ ਉਹ, ਲੇਕਿਨ ਸਾਨੂੰ ਆਪਣੀ ਮਾਨਸਿਕਤਾ ਬਾਰੇ ਨਹੀਂ ਪਤਾ ਕਿ ਮੈਂ ਕਿੱਥੇ ਖੜਾ ਹਾਂ। ਜੋ ਆਪ ਖੁਦਰਾ ਮਨੁੱਖ ਹੈ ਉਹਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਕਿ ਮੇਰੇ ਅੰਦਰ ਝੂਠ ਹੈ, ਮੈਂ ਆਚਰਨ ਤੋਂ ਗਿਰਿਆ ਹੋਇਆ ਹਾਂ, ਇਹ ਜਿਹੜੇ ਵਿਕਾਰ ਨੇ ਮੈਨੂੰ ਰੱਬ ਤੋਂ ਦੂਰ ਕਰ ਰਹੇ ਨੇ, ਨਜ਼ਰ ਨਹੀਂ ਆਉਂਦੇ। ਉਪਾਏ ਕਿਤੇ ਨਾ ਲੱਭਣੀ, ਕਰ ਭੇਖ ਥਕੇ ਭੇਖਵਾਨੀ। ਭੇਖਵਾਨੀ ਦਾ ਮਤਲਬ ਭੇਖ ਕਰਨ ਵਾਲੇ, ਉਪਾਏ ਦਾ ਮਤਲਬ ਯਤਨ। ਜੋ ਭੇਖ ਕਰਨ ਵਾਲੇ ਨੇ, ਬੜੇ ਉਪਾਅ ਕਰ ਕਰਕੇ ਥੱਕ ਗਏ ਨੇ, ਪਰ ਉਹਨਾਂ ਨੂੰ ਇਹ ਫਾਟਕ ਕਿਤੇ ਦਿਸੇ ਨਹੀਂ, ਲੱਭੇ। ਭੇਖ ਕਰਨ ਵਾਲੇ ਜਿਨ੍ਹਾਂ ਨੇ ਬਾਹਰੋਂ ਤੌਰ ਤੇ ਧਾਰਮਿਕ ਪਹਿਨਾਵੇ ਸਿਰਫ ਪਹਿਨੇ ਨੇ, ਮਾਲਾ ਪਾਈਆਂ ਨੇ, ਚੋਲੇ ਪਾਏ ਨੇ, ਜਾਂ ਜਿਹੜਾ ਵੀ ਕੋਈ ਧਾਰਮਿਕ ਪਹਿਨਾਵਾ ਪਹਿਨ ਕੇ ਫਿਰ ਰਿਹਾ ਹੈ, ਜਿਵੇਂ ਮੈਂ ਪਾ ਕੇ ਬੈਠਾ। ਬਹੁਤ ਸਾਰੇ ਭੇਖ ਨੇ ਨਾ, ਕਈ ਲੋਕ ਭੇਖ ਕਰਦੇ ਨੇ, ਅਨੇਕਾਂ ਕਿਸਮ ਦੇ ਪਹਿਨਾਵੇ ਨੇ, ਹਰ ਬਾਬੇ ਦਾ ਡੇਰੇ ਦਾ ਆਪਣਾ ਆਪਣਾ ਪਹਿਨਾਵਾ ਹੈ, ਔਰ ਅਨੇਕਾਂ ਉਪਾਅ ਨੇ। ਕੋਈ ਦਸਮ ਦੁਆਰ ਵਿੱਚ ਚੜਾ ਰਿਹਾ, ਸਮਾਧੀਆਂ ਲਾ ਰਿਹਾ, ਕੋਈ ਤੀਰਥਾਂ ਤੇ ਜਾ ਰਿਹਾ, ਕੋਈ ਵਰਤ ਨਰਾਤੇ ਕਰ ਰਿਹਾ, ਕੋਈ ਸਮਾਧੀਆਂ, ਕਿੰਨੇ ਉਪਾਅ ਕਰ ਰਹੇ ਨੇ। ਪਰ ਇੰਨਾ ਕੁਛ ਕਰਨ ਦੇ ਬਾਵਜੂਦ ਇਹ ਸਮਝ ਨਹੀਂ ਆਈ ਕਿ ਮੈਂ ਆਚਰਨ ਕਰਕੇ ਨੀਵਾਂ ਹਾਂ, ਮੇਰੀ ਸੋਚ ਮਾੜੀ ਹੈ, ਮੇਰੇ ਅੰਦਰ ਝੂਠ ਹੈ, ਮੇਰੇ ਅੰਦਰ ਈਗੋ ਹੈ, ਚੀਜ਼ਾਂ ਨਜ਼ਰ ਨਹੀਂ ਆਈਆਂ। ਕਿ ਜੇ ਇਹ ਵਿਕਾਰ ਨਜ਼ਰ ਨਹੀਂ ਆਏ ਤੇ ਜਿੰਨੇ ਮਰਜ਼ੀ ਭੇਖ ਬਣਾਈ ਜਾਓ, ਜਿੰਨੇ ਮਰਜ਼ੀ ਕੱਪੜੇ ਪਾਈ ਜਾਓ, ਕੱਪੜੇ ਪਾਉਣ ਨਾਲ ਕੀ ਹੋਣਾ, ਮਾਲਾ ਫੇਰੀ ਜਾਓ, ਕੀ ਹੋਣਾ। ਮਾਲਾ ਤੇ ਵਿਚਾਰੀ ਫਰੀ ਜਾਣਾ, ਉਹਨੇ ਕਿਹੜਾ ਨਾ ਕਰਨਾ, ਉਹਨੇ ਤੇ ਫਰੀ ਜਾਣਾ, ਵੀ ਘੁਮਾਈ ਜਾ। ਅੰਦਰ ਨੂੰ ਸੋਚਣਾ ਸੀ ਬੰਦੇ ਖੋਜ ਦਿਲ ਹਰ ਰੋਜ਼। ਤਾਂ ਗੁਰੂ ਜੀ ਕਹਿੰਦੇ ਨੇ ਭੇਖ ਧਾਰਨ ਕਰਨ ਦੇ ਨਾਲ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਮਿਟਦੀਆਂ ਨਹੀਂ। ਇਹ ਕਪਾਟ ਕਿਵੇਂ ਦੂਰ ਹੋ ਸਕਦੇ ਨੇ? ਗੁਰ ਸ਼ਬਦੀ ਖੋਲਾਈਆਂ ਹਰ ਨਾਮ ਜਪਾਨੀ। ਜਪਾਨੀ ਜਪਣਾ, ਜਾਣਨਾ, ਸਾਂਝ ਪਾਣੀ। ਨਾਮ ਦਾ ਮਤਲਬ ਹੁਕਮ, ਗੁਰ ਸ਼ਬਦੀ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਗੁਰੂ ਦੇ ਸ਼ਬਦ ਰਾਹੀਂ ਜੋ ਰੱਬੀ ਹੁਕਮ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ, ਉਹਨਾਂ ਦੇ ਇੱਕ ਕਪਾਟ ਖੁੱਲ ਜਾਂਦੇ ਨੇ, ਉਹਨਾਂ ਨੂੰ ਸਮਝ ਪੈ ਜਾਂਦੀ ਹੈ। ਜਦੋਂ ਅਸੀਂ ਹੁਕਮ ਨੂੰ ਫੋਲੋ ਕਰਦੇ ਹਾਂ ਨਾ ਕਿ ਸਿਸਟਮ ਤੇ ਇਹ ਹੈ ਤੇ ਮੈਂ ਇਹਦੇ ਉਲਟ ਗਲਤ ਕਰ ਰਿਹਾ ਹਾਂ, ਮੈਂ ਝੂਠਾ ਹਾਂ, ਮੈਂ ਗਲਤ ਹਾਂ, ਜਦੋਂ ਇਹ ਸਮਝ ਆਉਂਦੀ ਹੈ ਨਾ, ਫਿਰ ਉਹ ਚੀਜ਼ਾਂ ਖੁੱਲ ਜਾਂਦੀਆਂ, ਫਿਰ ਉਹ ਵਿਕਾਰ ਦੂਰ ਹੋ ਜਾਂਦੇ ਨੇ। ਗੁਰ ਸ਼ਬਦੀ ਖੋਲਾਈਆਂ ਹਰ ਨਾਮ ਜਪਾਨੀ। ਨਾਮ ਦਾ ਮਤਲਬ ਰੱਬੀ ਹੁਕਮ, ਜਪਾਨੀ ਦਾ ਮਤਲਬ ਜਪਣਾ, ਜਾਣਨਾ, ਸਾਂਝ ਪਾਣੀ। ਜੋ ਗੁਰੂ ਦੇ ਗਿਆਨ ਰਾਹੀਂ ਰੱਬੀ ਹੁਕਮ ਦੇ ਨਾਲ ਸਾਂਝ ਪਾਉਂਦੇ ਨੇ, ਉਹਨਾਂ ਦੇ ਕੂੜ ਔਰ ਕਪਟ ਦੇ ਦੀਵਾਰਾਂ ਜਿਹੜੀਆਂ ਨੇ, ਕਪਾਟ ਜਿਹੜੇ ਨੇ, ਉਹ ਦੂਰ ਹੋ ਜਾਂਦੇ ਨੇ। ਹਰ ਜੀਉ ਅੰਮ੍ਰਿਤ ਬਿਰਖ ਹੈ, ਜਿਨ ਪੀਆ ਤੇ ਤ੍ਰਿਪਤਾਨੀ। ਰੱਬ ਇੱਕ ਅੰਮ੍ਰਿਤ ਦਾ ਰੁੱਖ ਹੈ। ਅੰਮ੍ਰਿਤ ਦਾ ਮਾਨੋ ਇੱਕ ਫਲ ਹੈ, ਰੁੱਖ ਹੈ। ਜਿਨਨੇ ਇਹ ਅੰਮ੍ਰਿਤ ਪੀਤਾ, ਜਿਨ ਪੀਆ, ਜਿਨ੍ਹਾਂ ਨੇ ਇਹ ਅੰਮ੍ਰਿਤ ਪੀਤਾ, ਤੇ ਤ੍ਰਿਪਤਾਨੀ, ਉਹ ਰੱਜ ਗਏ। ਰੱਬ ਮਾਨੋ ਇੱਕ ਅੰਮ੍ਰਿਤ ਦਾ ਰੁੱਖ ਹੈ, ਤੇ ਜਿਨ੍ਹਾਂ ਨੇ ਇਹ ਅੰਮ੍ਰਿਤ ਪੀਤਾ, ਉਹ ਜਨ ਰੱਜ ਗਏ। ਤੇ ਉਹ ਰੱਬ ਰੁੱਖ ਹੈ ਕਿੱਥੇ? ਘਟ ਘਟ ਮੈਂ ਹਰ ਜੂ ਵਸੈ। ਤੇ ਆਤਮਿਕ ਜੀਵਨ ਦੇਣ ਵਾਲੇ ਗੁਣ ਜਿਹੜੇ ਨੇ, ਉਹ ਸਾਡੇ ਅੰਦਰ ਨੇ। ਅੰਮ੍ਰਿਤ ਪੀਣ ਦਾ ਮਤਲਬ ਜੋ ਰੱਬ ਦੇ ਆਤਮਿਕ ਜੀਵਨ ਦੇਣ ਵਾਲੇ ਗੁਣ ਨੇ, ਉਹਨਾਂ ਨੂੰ ਇੰਪਲੀਮੈਂਟ ਜਿਨ੍ਹਾਂ ਨੇ ਕੀਤਾ, ਰੱਬੀ ਗੁਣਾਂ ਨੂੰ ਜਿਨ੍ਹਾਂ ਨੇ ਇੰਪਲੀਮੈਂਟ ਕੀਤਾ, ਉਹ ਤ੍ਰਿਪਤ ਹੋ ਗਏ, ਉਹ ਸ਼ਾਂਤ ਹੋ ਗਏ, ਉਹਨਾਂ ਦੀ ਵਿਕਾਰਾਂ ਦੀ ਅੱਗ